ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਵਹਿ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਜਨਮ ਮਰਨ ਦੋਹ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਮ ਸਨਮਾਨ ਸਤਿਕਾਰਯੋਗ ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸ਼ਬਦਾ ਅਵਤਾਰ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜਿਵੇਂ ਗੁਰਮੁਖਾਂ ਦੇ ਦਰਸਾਏ ਹੋਏ ਉਲੀਕੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਅਨੁਸਾਰ ਕਿੰਨਿਆਂ ਸਾਲਾਂ ਤੋਂ ਲੈ ਕੇ ਆਪ ਜੀ ਇਸ ਵਿਰਸੇ ਕੈਂਪ ਦੇ ਹਾਜ਼ਰੀਆਂ ਭਰਦਿਆਂ ਹੋਇਆਂ ਸਾਹਿਬ ਨੂੰ ਮਿਲਣ ਦਾ ਚਾਅ ਰੱਖਦੀਆਂ ਉਹ ਪਿਆਰੀਆਂ ਰੂਹਾਂ ਉਸ ਨਿਕਟ ਵਸਦੇ ਹੋਏ ਵਾਹਿਗੁਰੂ ਪਰਮਾਤਮਾ ਰੂਪ ਸੱਜਣ ਦਾ ਅਹਿਸਾਸ ਹੋ ਜਾਏ, ਇਸ ਭਾਵਨਾ ਨੂੰ ਲੈ ਕਰਕੇ ਉਸ ਰੱਬ ਦੀ ਇਬਾਦਤ ਦਾ ਚਾਅ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਦਰਬਾਰ ਅੰਦਰ ਇਹੋ ਜਿਹੇ ਗੁਰਮਤਿ ਸਮਾਗਮਾਂ ਦੀਆਂ ਹਾਜ਼ਰੀਆਂ ਭਰਦੇ ਆ ਰਹੇ ਹੋ। ਬੇਸ਼ੱਕ ਜ਼ਿੰਦਗੀ ਦੇ ਕਈ ਉਤਰਾਅ ਚੜ੍ਹਾਅ ਆਉਂਦੇ ਨੇ, ਉਹਨਾਂ ਅਨੁਸਾਰ ਜਿਵੇਂ ਗੁਰਮੁਖਾਂ ਨੇ ਦਰਸਾਇਆ ਕਿ ਕੁਝ ਵਿੱਚੋਂ ਰੁਕਾਵਟਾਂ ਪਈਆਂ, ਪਰ ਅੱਜ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਇਆ ਕੀਤੀ, ਆਪਣੇ ਪਾਵਨ ਪਵਿੱਤਰ ਚਰਨਾਂ ਦੀ ਸ਼ਰਨ ਵਿੱਚ ਬੈਠਣ ਦਾ ਇਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਪਹਿਲੀ ਗੱਲ ਤਾਂ ਇਹ ਕਿ ਮਨੁੱਖ ਜ਼ਿੰਦਗੀ ਹੀ ਬੜੇ ਵੱਡੇ ਭਾਗਾਂ ਕਰਕੇ ਮਿਲੀ ਹੈ। ਜਿਵੇਂ ਭਾਈ ਸਾਹਿਬ ਜੀ ਜਾਂ ਗੁਰਮੁਖਾਂ ਪ੍ਰਬੰਧਕ ਜਨਾਂ ਵੱਲੋਂ ਦੱਸੇ ਹੋਏ ਪ੍ਰੋਗਰਾਮ ਅਨੁਸਾਰ ਵੀ ਨਾਮ ਅਭਿਆਸ ਕਮਾਈ ਵਾਲੇ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ। ਅਤੇ ਜਿਨ੍ਹਾਂ ਮਹਾਂਪੁਰਸ਼ਾਂ ਤੋਂ ਵਰੋਸ ਆਏ ਹੋਏ ਸਤਿਪੁਰਖਾਂ ਦੀਆਂ ਸੰਗਤ, ਉਹਨਾਂ ਦੀਆਂ ਅਸੀਸਾਂ ਵਿੱਚੋਂ ਇਹ ਦਇਆ ਪ੍ਰਾਪਤ ਹੋਈ, ਉਹਨਾਂ ਦੇ ਹੀ ਇਹ ਬੋਲ ਨੇ ਕਿ ਇਹ ਗੱਲ ਅਹਿਸਾਸ ਪਹਿਲੋਂ ਕਰਨੀ ਚਾਹੀਦੀ ਹੈ, ਪਹਿਲੋਂ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ, ਇਸ ਦੁਨੀਆ 'ਤੇ ਕਿਉਂ ਆਇਆ ਹਾਂ, ਜਿਸ ਕੰਮ ਵਾਸਤੇ ਆਇਆ ਹਾਂ ਉਹ ਕੰਮ ਕਿਵੇਂ ਹੋਏਗਾ, ਅਤੇ ਉਹਦੇ ਵਾਸਤੇ ਮੈਨੂੰ ਆਪਣੇ ਆਪ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਇਹ ਸਭ ਕੁਝ ਇੱਕ ਵੱਡਾ ਟੌਪਿਕ ਕਹਿ ਸਕਦੇ ਹਾਂ ਇਸ ਵਿਸ਼ੇ ਦਾ। ਮੈਂ ਸੰਖੇਪ ਵਿੱਚ ਜਾਣ ਦਾ ਯਤਨ ਕਰਾਂਗਾ। ਮਹਾਂਪੁਰਸ਼ਾਂ ਦੇ ਹੀ ਬੋਲ ਨੇ ਕਿ ਸਭ ਤੋਂ ਵੱਡੇ ਭਾਗ ਨੇ ਮਨੁੱਖ ਦੇਹੀ ਦਾ ਇਹ ਅਮੋਲਕ ਸਮਾਂ ਮਿਲਿਆ। ਫਿਰ ਸੱਚ ਜਾਣਿਓ, ਪਤਾ ਨਹੀਂ ਕਿੰਨਿਆਂ ਕੁ ਨੂੰ ਇਸ ਗੱਲ ਦਾ ਅਹਿਸਾਸ ਹੋਵੇ, ਕਿੰਨਿਆਂ ਕੁ ਨੂੰ ਨਾ ਹੋਵੇ, ਪਰ ਮਹਾਂਪੁਰਸ਼ਾਂ ਦੀ ਇਹ ਵਿਚਾਰ ਹੈ, ਹੁਕਮ ਹੈ, ਇਹ ਗੁਰਮਤਿ ਦੇ ਵਿਚਾਰ ਨੇ ਕਿ ਉਹਦੇ ਤੋਂ ਹੋਰ ਅੱਗੇ ਜ਼ਿਆਦਾ ਵੱਡੇ ਭਾਗ ਨੇ ਕਿ ਸਾਨੂੰ ਇਹ ਮਨੁੱਖ ਦੇਹੀ ਗੁਰਸਿੱਖਾਂ ਦੇ ਘਰ ਮਿਲੀਏ, ਗੁਰਸਿੱਖਾਂ ਦੇ ਘਰ ਮਿਲੀਏ।
ਫਿਰ ਉਹਦੇ ਤੋਂ ਗਾਂ ਤੀਸਰੀ ਕਹਿੰਦੇ ਰੱਬ ਦੀ ਉਸ ਪ੍ਰਭੂ ਪਰਮਾਤਮਾ ਜੀ ਦੀ ਹੋਰ ਦਇਆ ਇਹ ਹੈ ਵੀ ਗੁਰਸਿੱਖਾਂ ਦੇ ਘਰ ਵੀ ਮਿਲੀ ਹੈ, ਅਤੇ ਗੁਰਸਿੱਖਾਂ ਦੇ ਘਰ ਵੀ ਕਈ ਵਾਰੀ ਉਹੋ ਜਿਹੇ ਰਾਹ ਲੱਭ ਜਾਂਦੇ ਨੇ, ਉਹੋ ਜਿਹੇ ਮਾਰਗ ਅਪਣਾ ਲਏ ਜਾਂਦੇ ਨੇ ਜਿਹੜੇ ਰੱਬ ਤੋਂ ਗੁਰੂ ਤੋਂ ਦੂਰ ਹੋ ਜਾਂਦੇ ਆ। ਪਰ ਗੁਰੂ ਨੇ ਸਾਡੇ 'ਤੇ ਤਰਸ ਕੀਤਾ ਵੀ ਸਾਨੂੰ ਫਿਰ ਆਪਣੇ ਗੁਰੂ ਦੀ ਸ਼ਰਨ ਮਿਲੀ ਹੈ, ਸੰਗਤ ਮਿਲੀ ਹੈ। ਅਤੇ ਸੰਗਤ ਵਿੱਚ ਆਣ ਕੇ ਵੀ ਮੇਰੇ ਵਰਗੇ ਲੀੜੇ ਕੱਪੜਿਆਂ ਦਾ ਭਾਅ ਰੇਟ ਪੁੱਛ ਕੇ ਹੀ ਚਲੇ ਜਾਵਾਂਗੇ ਜਾਂ ਬਿਜ਼ਨਸ ਕਾਰੋਬਾਰਾਂ ਦੀਆਂ ਗੱਲਾਂ ਕਰਕੇ ਚਲੇ ਜਾਵਾਂਗੇ। ਇਹਦੇ ਵਿੱਚ ਅਗਲੀ ਚੌਥੀ ਗੱਲ ਮਹਾਂਪੁਰਸ਼ ਦੱਸਦੇ ਵੀ ਹੋਰ ਵੱਡੀ ਗੱਲ ਇਹ ਹੋਏਗੀ ਜੇ ਇੱਥੋਂ ਨਾਮ ਦੀ ਬਖਸ਼ਿਸ਼ ਝੋਲੀ ਪੈ ਜਾਏ, ਜੇ ਨਾਮ ਦੀ ਬੰਦਗੀ ਮਿਲ ਜਾਏ। ਹੁਣ ਉਸ ਹਾਲਾਤ ਅਨੁਸਾਰ ਗੁਰਬਾਣੀ ਦੇ ਪਵਿੱਤਰ ਅੰਮ੍ਰਿਤ ਬਚਨਾਂ ਅਨੁਸਾਰ ਜੇ ਆਪਾਂ ਇਸ ਗੱਲ ਨੂੰ, ਇਸ ਵਿਸ਼ੇ ਨੂੰ ਤੋਰਨਾ ਹੋਵੇ ਤੇ ਬੜੇ ਇਹਦੇ ਹਿੱਸੇ ਬਣਦੇ ਨੇ ਵੀ ਨਾਮ ਕੀ ਹੈ, ਕਿੰਨਾ ਕੁ ਜਪਣਾ ਚਾਹੀਦਾ ਹੈ, ਨਾਮ ਜਪਦਿਆਂ ਕਿਹੋ ਜਿਹੀਆਂ ਰੁਕਾਵਟਾਂ ਪੈ ਸਕਦੀਆਂ ਨੇ, ਬੰਦਗੀ ਕਰਦਿਆਂ ਸ਼ਬਦ ਦਾ ਜਾਪ, ਬਾਣੀ ਦਾ ਜਾਪ, ਸਿਮਰਨ ਕੀਤਿਆਂ ਉਹਦੇ ਵਿੱਚ ਰੁਕਾਵਟਾਂ ਕਿਵੇਂ ਕਿਵੇਂ ਪੈ ਸਕਦੀਆਂ ਨੇ, ਕੀ ਉਹ ਰੁਕਾਵਟਾਂ ਦੇ ਕਾਰਨ ਨੇ ਜਾਂ ਕਿਹੋ ਜਿਹੇ ਰੂਪ ਵਿੱਚ ਆਣ ਕੇ ਉਹ ਰੁਕਾਵਟਾਂ ਪੈ ਸਕਦੀਆਂ ਨੇ। ਇਹ ਸਭ ਕੁਝ ਬੜਾ ਲੰਬਾ ਵਿਸ਼ਾ ਹੋ ਸਕਦਾ ਇਸ ਗੱਲ ਦਾ। ਪਰ ਸਭ ਤੋਂ ਪਹਿਲੀ ਗੱਲ, ਸਾਡਾ ਤੁਹਾਡਾ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਮਤਾਂ ਕਿਤੇ ਇਹ ਸੋਚਣਾ ਕਿ ਮੈਂ ਕੋਈ ਬਹੁਤਾ ਉੱਤੋਂ ਉਤਰ ਕੇ ਆਇਆ, ਨਹੀਂ, ਐਸਾ ਨਹੀਂ। ਗੁਰਸਿੱਖ ਦੇ ਜੀਵਨ ਵਿੱਚ ਜਿੱਦਣ ਇਹ ਗੱਲ ਆ ਗਈ ਕਿ ਮੈਂ ਦੂਜਿਆਂ ਨੂੰ ਸਿਖਾਉਣ ਆਇਆ ਹਾਂ, ਸੱਚ ਜਾਣਿਓ ਉਦਣ ਸਿੱਖੀ ਦੇ ਰਾਹ ਤੋਂ ਥਿੜਕ ਜਾਣ ਵਾਲੀ ਗੱਲ ਹੋਏਗੀ। ਗੁਰਮਤਿ ਦੇ ਮਾਰਗ ਤੋਂ ਉਦਣ ਥਿੜਕ ਜਾਣਾ ਹੋਏਗਾ ਜਿੱਦਣ ਮੇਰੇ ਮਨ 'ਚ ਜਾਂ ਕਿਸੇ ਦੇ ਮਨ 'ਚ ਇਹ ਆ ਗਈ ਮੈਂ ਤੇ ਦੂਜਿਆਂ ਨੂੰ ਸਿਖਾਉਣਾ ਹੈ। ਨਹੀਂ, ਗੁਰਮਤਿ ਦਾ ਰਾਹ ਹੈ, ਸਿੱਖ ਨੇ ਸਿੱਖਣਾ ਹੀ ਹੈ, ਸਿੱਖ ਨੇ ਸਿੱਖਣਾ ਹੀ ਹੈ। ਸਿੱਖ ਦੀ ਸਿੱਖਿਆ ਵਿੱਚ ਕਦੇ ਸੰਪੂਰਨਤਾ ਨਹੀਂ ਹੋ ਸਕਦੀ। ਪੰਥ ਦੇ ਵਿਦਵਾਨਾਂ ਦਾ ਇਹ ਖਿਆਲ ਹੈ ਵੀ ਸਿੱਖ ਦੇ ਜੀਵਨ ਵਿੱਚ ਸਿੱਖਿਆ ਦੀ ਸੰਪੂਰਨਤਾ ਉਦਣ ਹੋਣੀ ਹੈ ਜਿੱਦਣ ਸਭ ਕੁਝ ਸਿੱਖਦਾ, ਪੜ੍ਹਦਾ, ਜਾਣਦਾ, ਸਮਝਦਾ, ਆਖਰਲੀ ਸਟੇਜ 'ਤੇ ਜਾ ਕਰਕੇ ਪੁੱਛਿਆ ਵੀ ਕਿੰਨਾ ਕੁ ਸਮਝਿਆ ਹੈ, ਕਿੰਨਾ ਕੁ ਪੜ੍ਹਿਆ ਹੈ, ਕਿੰਨਾ ਕੁ ਗਿਆਨ ਪ੍ਰਾਪਤ ਕੀਤਾ ਹੈ। ਅਤੇ ਉਦਣ ਉਸ ਅਵਸਥਾ 'ਤੇ ਚਲਿਆ ਜਾਏ ਕਿ ਮੈਂ ਸਾਰੀ ਜ਼ਿੰਦਗੀ ਪੜ੍ਹਿਆ ਹਾਂ, ਸਾਰੀ ਜ਼ਿੰਦਗੀ ਸਿੱਖਿਆ ਹਾਂ, ਸਾਰੀ ਜ਼ਿੰਦਗੀ ਮੈਂ ਗੱਲਾਂ ਗਿਆਨ ਦੀਆਂ ਪੜ੍ਹੀਆਂ, ਸੁਣੀਆਂ, ਵਿਚਾਰੀਆਂ, ਪਰ ਅੱਜ ਮੈਂ ਇਸ ਨਿਸ਼ਾਨੇ 'ਤੇ ਪਹੁੰਚਾ ਹਾਂ ਕਿ ਇਹ ਸਿੱਖਦਿਆਂ ਅੱਜ ਅਹਿਸਾਸ ਹੋਇਆ ਕਿ ਮੈਂ ਅਜੇ ਕੁਝ ਵੀ ਨਹੀਂ ਸਿੱਖਿਆ, ਮੈਂ ਅਜੇ ਸਿੱਖਣਾ ਆਰੰਭ ਵੀ ਨਹੀਂ ਕੀਤਾ। ਜਿੱਦਣ ਇਹ ਗੱਲ ਮਨ ਵਿੱਚ ਆਈ ਉਦਣ ਗੁਰਮਤਿ ਦਾ ਮਾਰਗ ਨਜ਼ਰੀ ਆਏਗਾ। ਇਸ ਮਾਰਗ ਦੇ ਵਿੱਚ ਬੜੀਆਂ ਚੀਜ਼ਾਂ ਰਿਲੇਟਡ ਬਣਨੀਆਂ ਨੇ, ਪ੍ਰੇਮ ਬਣਨਾ ਹੈ, ਪਿਆਰ ਬਣਨਾ ਹੈ, ਸਾਡਾ ਸਮਾਂ ਬਣਨਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਅਤੇ ਬਹੁਤਾਤ ਸਾਡਾ ਸਾਰਿਆਂ ਦਾ ਸਵਾਲ ਹੁੰਦਾ ਹੈ ਵੀ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਰ ਮਨ ਨਹੀਂ ਲੱਗਦਾ, ਮਨ ਵਿੱਚ ਨਹੀਂ ਵਸਦਾ। ਇਹ ਬਹੁਤਾਤ ਸਵਾਲ ਹੈ। ਜੇ ਸ਼ੁਰੂਆਤ ਦੀ ਗੱਲ ਕਰਨੀ ਤਾਂ ਸ਼ੁਰੂਆਤ ਇੱਥੋਂ ਹੀ ਹੋਣੀ ਹੈ। ਰੱਬ ਦੀ ਬੰਦਗੀ ਕਰਨ ਵਾਸਤੇ, ਪਰਮਾਤਮਾ ਜੀ ਦੀ ਬੰਦਗੀ ਕਰਨ ਵਾਸਤੇ ਜਦੋਂ ਇਹ ਸਵਾਲ ਮਨ ਅੰਦਰੋਂ ਉੱਠਿਆ ਤਾਂ ਉਦੋਂ ਕੀ ਹੋਣਾ ਚਾਹੀਦਾ ਹੈ? ਜਿਨ੍ਹਾਂ ਨੇ ਇਸ ਮਾਰਗ ਨੂੰ, ਇਸ ਰਾਹ ਨੂੰ ਸਮਝਿਆ, ਉਹਨਾਂ ਨੇ ਸਾਨੂੰ ਕੀ ਸਮਝਾਇਆ, ਕਿਵੇਂ ਤੋਂ ਲੰਘੀਏ ਅੱਗੇ? ਅਤੇ ਉਹ ਗੁਰਮੁਖਾਂ ਦੇ ਦਰਸਾਏ ਹੋਏ, ਸਤਿਪੁਰਸ਼ਾਂ ਦੇ ਜੀਵਨ ਵਿੱਚੋਂ ਦਰਸਾਏ ਹੋਏ ਕੁਝ ਬੋਲ ਆਪ ਜੀ ਨਾਲ ਇੱਥੇ ਸਾਂਝੇ ਕਰਨਾ ਚਾਹੁੰਦਾ। ਪਰਮਾਤਮਾ ਜਾਂ ਬਾਣੀ ਦੇ ਨਾਮ ਸਿਮਰਨ ਵਿੱਚ ਮਨ ਜੋੜਨ ਵਾਸਤੇ ਕਹਿੰਦੇ ਜੇ ਇਹੋ ਜਿਹੇ ਹਾਲਾਤ ਨੇ ਆਪਣੀ ਅਵਸਥਾ ਦੇ, ਤੇ ਸ਼ੁਰੂਆਤ ਵਿੱਚ ਜਿੱਥੇ ਬਹਿ ਕੇ ਨਾਮ ਜਪਣਾ ਹੈ ਉਹ ਜਗ੍ਹਾ ਜੋਗ ਚਾਹੀਦੀ ਆ। ਭਾਵ ਕਿ ਜੋਗ ਥਾਂ ਹੋਵੇ, ਜੋਗ ਜਗ੍ਹਾ ਹੋਵੇ ਜਿੱਥੇ ਬਹਿ ਕੇ ਬਾਣੀ ਪੜ੍ਹਨੀ, ਨਾਮ ਜਪਣਾ। ਪਰ ਇਸ ਗੱਲ ਦੇ ਵਿੱਚ ਆਣ ਕੇ ਸਾਡਾ ਅੱਜ ਦਾ ਜੀਵਨ ਬਹੁਤ ਉਲਝ ਗਿਆ। ਮੈਨੂੰ ਨਹੀਂ ਪਤਾ ਤੁਹਾਡਾ ਕਿਹੋ ਜਿਹਾ ਹਾਲਾਤ ਹੋਏਗਾ, ਪਰ ਆਮ ਤੌਰ 'ਤੇ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ, ਅਸੀਂ ਵੀ ਤੁਹਾਡੇ ਵਿੱਚ ਹੀ ਹਾਂ। ਇਸ ਗੱਲ ਨੂੰ ਅਹਿਸਾਸ ਕਰਨਾ ਪੈਣਾ ਹੈ ਜੇ ਇਸ ਰਾਹ 'ਤੇ ਤੁਰਨਾ। ਮੈਂ ਨਹੀਂ ਕਹਿੰਦਾ ਟੈਕਨੋਲੋਜੀ ਮਾੜੀ ਹੈ, ਮੈਂ ਨਹੀਂ ਕਹਿੰਦਾ ਦੁਨੀਆ ਦੇ ਜ਼ਮਾਨੇ ਦੇ ਨਾਲ ਤੁਰਨਾ ਨਹੀਂ ਚਾਹੀਦਾ। ਦੁਨੀਆ ਦੇ ਜ਼ਮਾਨੇ ਦੇ ਹਿਸਾਬ ਕਿਤਾਬ ਨਾਲ, ਦੁਨੀਆ ਦੇ ਜ਼ਮਾਨੇ ਦੇ ਹਮਸਫਰ ਹੋ ਕੇ ਤੁਰਨਾ ਪੈਣਾ। ਤੁਸੀਂ ਤੁਰਨਾ ਹੈ, ਕੋਈ ਗੱਲ ਨਹੀਂ ਹੈ।
ਪਰ ਘੱਟੋ ਘੱਟ ਜਿੰਨੇ ਵੇਲੇ ਅਸੀਂ ਨਾਮ ਜਪਣਾ ਹੈ, ਬੰਦਗੀ ਕਰਨੀ ਹੈ, ਉਦੋਂ ਕੋਈ ਸਾਡੇ ਆਲੇ ਦੁਆਲੇ ਕੋਈ ਵੀ ਚੀਜ਼ ਜਿਹੜੀ ਸਾਨੂੰ ਉਸ ਨਾਮ ਦੇ ਜਪਣ ਜਾਂ ਬਾਣੀ ਦੇ ਪੜ੍ਹਨ ਦੀ ਇਕਾਗਰਤਾ ਤੋਂ ਤੋੜਦੀ ਹੈ, ਉਸ ਚੀਜ਼ ਤੋਂ ਸਾਨੂੰ ਪਾਸੇ ਹੋਣਾ ਪਏਗਾ, ਉਹਨੂੰ ਸਾਡੀ ਆਪਣੀ ਜ਼ਿੰਦਗੀ 'ਚੋਂ ਥੋੜ੍ਹਾ ਪਾਸੇ ਕਰਨਾ ਪਏਗਾ। ਮੈਂ ਪਹਿਲੋਂ ਬੇਨਤੀ ਕੀਤੀ ਹੈ, ਪਤਾ ਨਹੀਂ ਕਿੰਨਿਆਂ ਕਿਤੇ ਇਹ ਹੋਏਗਾ, ਪਰ ਮੈਂ ਵੀ ਤਕਰੀਬਨ ਬੱਚਿਆਂ ਦੇ ਨਾਲ ਉੱਥੇ ਸਾਡਾ ਵਿਚਰਨ ਦਾ ਸਮਾਂ ਬਣਿਆ ਰਹਿੰਦਾ। ਹੁੰਦਾ ਕੀ ਇਹ, ਬਾਣੀ ਪੜ੍ਹਦੇ ਹਾਂ, ਕੰਠ ਵੀ ਏ, ਜਾਂ ਗੁਟਕਾ ਸਾਹਿਬ ਤੋਂ ਵੀ ਜ਼ਿਆਦਾ ਰੁਝਾਨ ਬਣ ਗਿਆ, ਨਹੀਂ ਫੋਨ ਤੋਂ ਕਰਦੇ ਹਾਂ। ਪਰ ਜੇ ਗੁਟਕਾ ਸਾਹਿਬ ਪੋਥੀ ਸਾਹਿਬ ਤੋਂ ਵੀ ਕਰ ਰਹੇ ਹਾਂ, ਜੇਬ 'ਚ ਫੋਨ ਪਿਆ ਹੋਇਆ, ਲਾਗੇ ਫੋਨ ਪਿਆ ਹੋਇਆ, ਉਹਦੇ ਕਿਸੇ ਮੈਸੇਜ ਦੀ ਬੈਲ ਵੱਜੀ ਏ, ਕੋਈ ਉਹਦੀ ਲਾਈਟ ਜਗੀ ਏ, ਤੇ ਬਾਣੀ ਦਾ ਧਿਆਨ ਉਸੇ ਵੇਲੇ ਛੱਡ ਕੇ ਉਹ ਫੋਨ ਵੱਲ ਹੋ ਗਿਆ। ਇਹ ਧਿਆਨ ਟੁੱਟ ਗਿਆ ਉਸ ਵੇਲੇ। ਸਾਨੂੰ ਇਹ ਚੀਜ਼ਾਂ ਦਾ ਧਿਆਨ ਕਰਨਾ ਪੈਣਾ। ਇਹਨੂੰ ਵਿਦਵਾਨਾਂ ਨੇ, ਸਾਡੇ ਸਤਿਪੁਰਖਾਂ ਨੇ, ਜੀਵਨ ਵਾਲਿਆਂ ਨੇ ਕਿਹਾ ਵੀ ਤੇਰੇ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਨਿਤਨੇਮ ਕਰਨ ਵਾਸਤੇ ਜਗ੍ਹਾ ਦੀ ਯੋਗਤਾ ਵੀ ਜ਼ਰੂਰੀ ਹੈ। ਜਗ੍ਹਾ ਸਹੀ ਹੋਣੀ ਚਾਹੀਦੀ ਹੈ, ਤੇਰੇ ਆਲੇ ਦੁਆਲੇ ਦਾ ਵਾਤਾਵਰਨ ਸਹੀ ਹੋਣਾ ਚਾਹੀਦਾ। ਇਹਨੂੰ ਜੇ ਹੋਰ ਡੀਪ ਜਾ ਕੇ ਵੇਖਣ ਦਾ ਯਤਨ ਕਰੋਗੇ ਨੇ, ਤੇ ਦੁਨੀਆ ਦੀਆਂ ਰਿਸ਼ਤੇਦਾਰੀਆਂ, ਜੋ ਸਮਾਜ ਦਾ ਸਾਡਾ ਜੀਵਨ ਆ, ਸਾਡੇ ਸਾਰੇ ਸਮਾਜ ਵਿੱਚ ਇੱਕ ਇਸ ਸੰਸਾਰ ਦੇ ਰੂਪ ਨੂੰ ਮਾਇਆ ਕਿਹਾ ਹੈ। ਉਸ ਮਾਇਆ ਦੀ ਮਮਤਾ, ਇਸੇ ਕਰਕੇ ਇਹਨੂੰ ਮਾਇਆ ਦਾ ਖੂਹ ਕਿਹਾ ਹੈ। ਤੇ ਇਸ ਗੱਲ ਨੂੰ ਜਦੋਂ ਵਿਦਵਾਨਾਂ ਨੇ ਵਿਆਖਿਆ ਕਰਕੇ ਗੱਲ ਕਹਿਣ ਦਾ ਯਤਨ ਕੀਤਾ, ਕਹਿੰਦੇ ਵੀ ਜਿਹੜੀ ਵੀ ਚੀਜ਼ ਜਾਂ ਜਿਹੜਾ ਵੀ ਰਿਸ਼ਤਾ ਸਾਨੂੰ ਰੱਬ ਦੇ ਨਾਮ ਦੀ ਬੰਦਗੀ ਦੀ ਇਕਾਗਰਤਾ ਤੋਂ ਤੋੜਦਾ ਹੈ, ਉਹ ਮਾਇਆ ਹੈ। ਬੇਸ਼ੱਕ ਉਸ ਤੋੜਨ ਵਾਲੇ ਹਾਲਾਤ ਵਿੱਚ ਸਾਡਾ ਭਰਾ ਹੋਵੇ, ਸਾਡੀ ਭੈਣ ਹੋਵੇ, ਸਾਡੀ ਮਾਂ ਹੋਵੇ, ਸਾਡਾ ਪਿਓ ਹੋਵੇ, ਸਾਡਾ ਧੀ ਪੁੱਤ ਹੋਵੇ, ਜਿਹੜੀ ਚੀਜ਼ ਨੇ ਤੈਨੂੰ ਰੱਬ ਦੇ ਧੰਨਵਾਦ ਤੋਂ, ਰੱਬ ਦੇ ਸ਼ੁਕਰ ਤੋਂ ਤੋੜ ਦਿੱਤਾ, ਉਹ ਮਾਇਆ ਹੈ। ਤੇ ਜਿਸ ਵੇਲੇ ਰੱਬ ਦੀ ਇਬਾਦਤ ਵਿੱਚ ਜੁੜਦਿਆਂ ਬੰਦਗੀ ਕਰਦਿਆਂ ਸਿਮਰਨ ਕਰਦਿਆਂ ਸਾਹਮਣੇ ਪੁੱਤ ਆਇਆ ਹੈ, ਮਾਂ ਬਾਪ ਦੀ ਜਿਸ ਤਰ੍ਹਾਂ ਕਹਿ ਲਓ ਸੂਰਤ ਸਾਹਮਣੇ ਆਈ ਏ, ਤੇ ਉਹਨੂੰ ਵੇਖ ਕੇ ਉਹਦੇ ਧਿਆਨ ਵਿੱਚ ਜਾ ਕੇ ਰੱਬ ਦੀ ਇਬਾਦਤ ਵਿੱਚੋਂ ਨਹੀਂ ਟੁੱਟਿਆ, ਸਗੋਂ ਹੋਰ ਉਸ ਪਰਮਾਤਮਾ ਜੀ ਦੇ ਸ਼ੁਕਰ ਵਿੱਚ ਜੁੜਿਆ ਕਿ ਦਾਤਾ ਜਿਸ ਵੇਲੇ ਦੁਨੀਆ 'ਤੇ ਜਨਮ ਲੈ ਕੇ ਆਇਆ ਸੀ, ਉਸ ਵੇਲੇ ਮੇਰੇ ਸਰੀਰ ਦੇ ਹੱਥ ਸਨ, ਪੈਰ ਸਨ, ਅੱਖਾਂ ਸਨ, ਸਭ ਕੁਝ ਸਰੀਰ ਦੇ ਅੰਗ ਪ੍ਰਤੰਗ ਸੀ, ਪਰ ਕੋਈ ਵੀ ਮੇਰਾ ਅੰਗ ਆਪਣੇ ਇਸ ਜੀਵਨ ਦੇ ਅਨੁਸਾਰ ਕਰਤੱਵ ਕਰਨ ਨੂੰ ਸਮਰੱਥ ਨਹੀਂ ਸੀ। ਕੋਈ ਕੰਮ ਨਹੀਂ ਸੀ ਕਰ ਸਕਦਾ। ਨਾ ਹੱਥ ਕੁਝ ਕਰ ਸਕਦੇ ਸਨ, ਨਾ ਪੈਰ ਕੁਝ ਕਰ ਸਕਦੇ ਸਨ, ਨਾ ਅੱਖਾਂ ਕੁਝ ਕਰ ਸਕਦੀਆਂ ਸਨ, ਨਾ ਜ਼ਬਾਨ ਮੈਂ ਬੋਲ ਕੇ ਦੱਸ ਸਕਦਾ ਸੀ। ਤੇ ਦਾਤਿਆ ਤੇਰਾ ਕਿਵੇਂ ਸ਼ੁਕਰ ਮਨਾਵਾਂ ਕਿ ਉਸ ਵੇਲੇ ਮਾਂ ਦੇ ਰੂਪ ਵਿੱਚ ਮੈਨੂੰ ਤੂੰ ਇਹੋ ਜਿਹੀ ਮਮਤਾ ਦਿੱਤੀ। ਬੇਸ਼ੱਕ ਮੈਨੂੰ ਜ਼ਬਾਨ ਤੋਂ ਬੋਲਣਾ ਨਹੀਂ ਸੀ ਆਉਂਦਾ, ਪਰ ਤੂੰ ਮੇਰੇ ਬਿਨਾਂ ਬੋਲਣ ਤੋਂ ਮੇਰੇ ਸਾਰੇ ਦੁੱਖ ਭੁੱਖ ਨੂੰ ਸਮਝਣ ਵਾਲੀ ਮੇਰੀ ਮਾਂ ਨੇ ਮੇਰੀ ਹਰ ਪੱਖ ਤੋਂ ਰੱਖਿਆ ਕੀਤੀ। ਇੱਕ ਰਾਹ ਇਹ ਆ, ਦੁਨੀਆਦਾਰੀ ਦੀਆਂ ਰਿਸ਼ਤੇਦਾਰੀਆਂ ਨੂੰ ਵੇਖਣ ਦਾ ਇੱਕ ਰਸਤਾ ਇਹ ਆ, ਪਰਮਾਤਮਾ ਜੀ ਦੇ ਸ਼ੁਕਰ ਵਿੱਚ ਜੋੜਨ ਵਾਲਾ। ਵੀ ਦਾਤਾ ਤੇਰਾ ਸ਼ੁਕਰ ਹੈ, ਤੇਰਾ ਧੰਨਵਾਦ ਆ ਵੀ ਜਦੋਂ ਮੇਰੀ ਕੋਈ ਹੈਲਪ ਨਹੀਂ ਸੀ ਹੋ ਸਕਦੀ ਕਿਸੇ ਬੰਨਿਓ, ਤੂੰ ਉਸ ਵੇਲੇ ਮੇਰੇ ਇਹ ਸਾਰੇ ਰਿਸ਼ਤੇਦਾਰੀਆਂ ਬਣਾ ਕਰਕੇ ਤੂੰ ਮੇਰੇ ਹੈਲਪਰ ਮੈਨੂੰ ਦਿੱਤੇ। ਬਾਣੀ ਨੇ ਇੱਕ ਥਾਂ 'ਤੇ ਇਹ ਸਾਰੀ ਵਿਆਖਿਆ ਕੀਤੀ, ਕਹਿਣ ਲੱਗੇ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਪੰਨੀ ਖੇਡ। ਇਹ ਸਾਰੀਆਂ ਅਵਸਥਾਵਾਂ ਹੀ ਨੇ ਨਾ। ਇਸ ਗੱਲ ਨੂੰ ਹੋਰ ਡੂੰਘਾ ਜਾ ਕੇ ਵੇਖਣ ਦਾ ਯਤਨ ਕਰਾਂਗੇ ਤੇ ਸਾਡੇ ਪੰਥਕ ਵਿਦਵਾਨਾਂ ਨੇ ਇਹ ਵਿਚਾਰ ਸਾਂਝੀ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਦੀ। ਕਹਿਣ ਲੱਗੇ ਦੁਨੀਆ ਦੇ ਵਿੱਚ ਅੱਜ ਡਾਕਟਰੀ ਅਸੂਲ ਵੀ ਇਹ ਕਹਿੰਦਾ ਹੈ, ਤੁਹਾਡੇ 'ਚੋਂ ਬਹੁਤੇ ਮੈਡੀਕਲ ਪੜ੍ਹਦੇ ਹੋਵੋਗੇ, ਜਦੋਂ ਬੱਚਾ ਬੌਰਨ ਹੁੰਦਾ ਤੇ ਉਸ ਬੱਚੇ ਨੂੰ ਰੋਣਾ ਪੈਣਾ ਹੈ। ਜੇ ਨਹੀਂ ਰੋਂਦਾ ਤੇ ਉਸੇ ਵੇਲੇ ਡਾਕਟਰ ਵੀ ਉਹਦੇ ਪਟੋਕੀ ਮਾਰਦਾ ਵੀ ਇਹ ਰੋਵੇ। ਜੇ ਰੋਂਦਾ ਤੇ ਇਹਦਾ ਮਤਲਬ ਵੀ ਉਹ ਸਾਹ ਉਹਦਾ ਸਹੀ ਸਲਾਮਤ ਚੱਲ ਰਿਹਾ। ਹੁਣ ਇਹ ਮੈਡੀਕਲ ਦੀ ਅੱਖ ਹੈ, ਮੈਡੀਕਲ ਨੇ ਅੱਖ ਨੇ ਆਪਣੀ ਨਾਲ ਦੇਖਿਆ, ਪਰ ਗੁਰਮਤਿ ਦੀ ਅੱਖ ਨੇ, ਭਾਈ ਗੁਰਦਾਸ ਜੀ ਦੀ ਅੱਖ ਨੇ ਇਹਨੂੰ ਹੋਰ ਤਰੀਕੇ ਨਾਲ ਵੇਖਿਆ। ਕਹਿਣ ਲੱਗੇ ਦੁਨੀਆਦਾਰੀ ਨੇ ਬੱਚਾ ਜਨਮ ਲੈ ਕੇ ਆਇਆ, ਜੇ ਨਹੀਂ ਰੋਇਆ ਤੇ ਉਹਨੂੰ ਪਟੋਕੀ ਮਾਰ ਕੇ ਰਵਾਇਆ, ਉਹਦੇ ਚਪੇੜ ਲੱਫੜ ਮਾਰ ਕੇ ਰਵਾਉਣ ਦਾ ਯਤਨ ਕੀਤਾ। ਜਿਵੇਂ ਜਿਵੇਂ ਬੱਚੇ ਨੇ ਵਿਆਹ ਕਰਕੇ ਉੱਚੀ ਉੱਚੀ ਰੋਣ ਦਾ ਯਤਨ ਕੀਤਾ,
ਉਹਦੇ ਸੰਬੰਧੀਆਂ ਨੇ ਖੁਸ਼ੀਆਂ ਮਨਾਈਆਂ ਇਸ ਗੱਲ ਦੀਆਂ। ਜਿਹੜਾ ਸੰਸਾਰ ਰੱਬ ਦੀ ਇਬਾਦਤ ਤੋਂ ਜਾਂ ਗੁਰਮਤ ਦੇ ਮਾਰਗ ਤੋਂ ਥਿੜਕਿਆ ਹੋਇਆ ਆ, ਕਹਿੰਦੇ ਉਹਨੇ ਇਸ ਤਰੀਕੇ ਨਾਲ ਖੁਸ਼ੀਆਂ ਮਨਾਉਣ ਦਾ ਯਤਨ ਕੀਤਾ ਵੀ ਇਸ ਖੁਸ਼ੀ ਵਿੱਚ ਕਿ ਬੱਚਾ ਜਨਮਿਆ ਅਤੇ ਜਨਮ ਕੇ ਉੱਚੀ ਉੱਚੀ ਰੋ ਪਿਆ ਆ, ਅਤੇ ਰੋਣ ਦੀ ਖੁਸ਼ੀ ਵਿੱਚ ਸ਼ਰਾਬਾਂ ਵੀ ਉੱਡੀਆਂ ਅਤੇ ਕਬਾਬ ਵੀ ਉੱਡੇ, ਅਤੇ ਜੋ ਮਨ ਦੀਆਂ ਮਰਜ਼ੀਆਂ ਸੰਸਾਰ ਨੇ ਕੀਤੀਆਂ। ਭਾਈ ਗੁਰਦਾਸ ਜੀ ਕਹਿੰਦੇ ਬੜੀ ਹਾਸੋਹੀਣੀ ਗੱਲ ਹੈ, ਕਹਿੰਦੇ ਕੋਈ ਵੀ ਦੁਨੀਆ ਦਾ ਸੰਸਾਰ ਦਾ ਮਨੁੱਖ ਕੋਈ ਜੀਵ ਖੁਸ਼ੀ ਵਿੱਚ ਨਹੀਂ ਜੇ ਰੋਂਦਾ। ਹੁਣ ਉਹਨਾਂ ਦੀ ਵੇਖਣ ਵਾਲੀ ਆਪਣੀ ਅੱਖ ਹੈ ਨਾ, ਕਹਿੰਦੇ ਖੁਸ਼ੀ ਵਿੱਚ ਨਹੀਂ ਕੋਈ ਰੋਂਦਾ, ਰੋਂਦਾ ਉਦੋਂ ਹੈ ਜਦੋਂ ਦੁੱਖ ਹੁੰਦਾ ਹੈ। ਪਰ ਦੁਨੀਆ ਦੀ ਅੱਖ ਨੇ ਉਸ ਬੱਚੇ ਦੇ ਦੁੱਖ ਨੂੰ ਵੇਖਣ ਦਾ ਯਤਨ ਨਹੀਂ ਕੀਤਾ। ਕਿਉਂ? ਕਿਉਂਕਿ ਮੁਖ ਤਲੈ ਪੈਰ ਉਪਰੈ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰਿ ਜਿਸਦਾ ਨਾ ਆਏ। ਕਹਿਣ ਲੱਗੇ ਉਸ ਪੁੱਠੇ ਮੂੰਹ ਲਟਕਦੇ ਹੋਏ ਉਸ ਕੁੰਭ ਵਰਗੇ ਨਰਕ ਵਾਲੇ ਥਾਂ 'ਤੇ ਬੈਠਾ ਤੂੰ ਤਾਂ ਬਚਿਆ ਸੀ ਕਿਉਂਕਿ ਤੇਰੀ ਸੁਰਤੀ ਬਿਰਤੀ ਰੱਬ ਨਾਲ ਜੁੜੀ ਸੀ। ਭਾਈ ਗੁਰਦਾਸ ਜੀ ਦੀ ਅੱਖ ਕਹਿੰਦੀ ਹੈ ਜਦੋਂ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਜਿਵੇਂ ਜਿਵੇਂ ਉਹਦਾ ਰੱਬ ਨਾਲੋਂ ਉਸ ਪ੍ਰੀਤੀ ਦਾ ਸੰਜੋਗ ਟੁੱਟਿਆ ਉਹ ਬੱਚਾ ਰੋਇਆ, ਪਰ ਸੰਸਾਰ ਨੇ ਉਸ ਬੱਚੇ ਦੇ ਰੋਣ ਦੀਆਂ ਖੁਸ਼ੀਆਂ ਮਨਾਈਆਂ। ਗੁਰਮਤਿ ਦੀ ਫਿਲਾਸਫੀ ਨੂੰ ਸਮਝਣ ਵਾਲੇ ਗੁਰਮੁਖ ਜਨਾਂ ਦਾ ਜੀਵਨ ਬਣਿਆ ਕਿ ਜਿਸ ਵੇਲੇ ਬੱਚਾ ਜਨਮ ਵੇਲੇ ਵੀ ਰੋਂਦਾ ਹੈ ਤੇ ਯਤਨ ਇਹ ਕਰਨਾ ਹੈ ਮਾਂ ਬਾਪ ਨੇ ਕਿ ਉਸ ਵੇਲੇ ਜਿੰਨਾ ਛੇਤੀ ਹੋ ਜਾਏ ਉਹਦੇ ਕੰਨ ਲਾਗੇ ਆਪਣਾ ਮੂੰਹ ਕਰਕੇ ਵਾਹਿਗੁਰੂ 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 ਦਾ ਸ਼ਬਦ ਸੁਣਾਉਣਾ ਹੈ, ਭਾਵ ਕਿ ਉਹਦੀ ਟੁੱਟੀ ਉਸ ਬਿਰਤੀ ਨੂੰ ਫਿਰ ਉਹਦੇ ਨਾਲ ਜੋੜਨ ਦਾ ਯਤਨ ਕਰਨਾ ਹੈ। ਇਹ ਹੁਣ ਡਿਪੈਂਡ ਕਰਦਾ ਵੀ ਅਸੀਂ ਆਪਣੀਆਂ ਦੁਨੀਆ ਦੀਆਂ ਰਿਸ਼ਤੇਦਾਰੀਆਂ ਕਿਵੇਂ ਨਿਭਾਈਆਂ ਨੇ ਤੇ ਕਿਵੇਂ ਨਿਭਾ ਰਹੇ ਹਾਂ। ਇਸ ਕਰਕੇ ਸਾਡਾ ਆਪਣੇ ਆਪ ਦੇ ਪਰਿਵਾਰ ਦਾ ਮਾਹੌਲ, ਸਾਡੇ ਆਪਣੇ ਆਪ ਦੇ ਬਹਿ ਕੇ ਜਪਣ ਵਾਲਾ ਸਿਮਰਨ ਕਰਨ ਵਾਲਾ ਥਾਂ, ਉਹ ਯੋਗ ਚਾਹੀਦਾ ਸਿਮਰਨ ਦੀ ਬਰਕਤ ਵਿੱਚ ਜੁੜਨ ਵਾਸਤੇ। ਦੂਸਰਾ ਅਗਲਾ ਪੁਆਇੰਟ ਇਹਦੇ ਵਿੱਚ ਇਹ ਹੈ ਵੀ ਨਾਮ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਕੀਤਾ। ਭਾਈ ਸਾਹਿਬ ਨੇ ਇੱਕ ਟੀਚਰ ਬਣ ਕੇ, ਉਸਤਾਦ ਬਣ ਕੇ ਤੁਹਾਨੂੰ ਬਾਣੀ ਸਿਖਾ ਦਿੱਤੀ। ਹਾਂ, ਉਹਨਾਂ ਨੇ ਕਿਹਾ ਜੀ 5 ਬਾਣੀਆਂ ਦਾ ਪਾਠ ਕਰੀਦਾ ਹੁੰਦਾ, ਕਰਨਾ ਪੈਣਾ ਹੈ ਕਿਉਂਕਿ ਉਸਤਾਦ ਜੀ ਨੇ ਕਿਹਾ। ਆਪਣੇ ਅੰਦਰੋਂ ਕੀ ਅਹਿਸਾਸ ਹੈ ਉਸ ਨਾਮ ਦਾ, ਉਸ ਨਾਮ ਦੇ ਪ੍ਰਤੀ ਆਪਣੇ ਅੰਦਰੋਂ ਕੀ ਫੀਲਿੰਗ ਆ, ਉਹਦੇ ਉੱਤੇ ਜ਼ਿਆਦਾ ਫੋਕਸ ਕਰਨਾ ਪੈਣਾ ਹੈ। ਤੁਹਾਨੂੰ ਪਤਾ ਹੋਵੇ ਵੀ ਜੇ ਤੇਰੀ ਰਸਨਾ ਤੋਂ ਇੱਕ ਵਾਰ ਵੀ ਵਾਹਿਗੁਰੂ ਦਾ ਮੰਤਰ ਜਾਪ ਨਿਕਲਦਾ ਤੇ ਇਹਦਾ ਮਹਾਤਮ ਕੀ ਹੈ, ਇਹ ਕਿੰਨਾ ਕੁ ਵੱਡਾ ਹੈ। ਇੱਕ ਪਾਸੇ ਦੁਨੀਆ ਦੀਆਂ ਤਮਾਮ ਵਿਦਿਆਵਾਂ ਨੇ, ਦੁਨੀਆ ਦੇ ਤਮਾਮ ਗ੍ਰੰਥਾਂ ਦੀ ਵਿਦਿਆ ਹੈ, ਇੱਕ ਪਾਸੇ ਪ੍ਰਮਾਤਮਾ ਦੇ ਨਾਮ ਦਾ ਉਚਾਰਨ ਹੈ, ਸਿਮਰਨ ਹੈ। ਇਹਨੂੰ ਮੈਂ ਬਹੁਤਾ ਦੂਰ ਨਾ ਜਾਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ, ਬਹੁਤ ਗੁਰਸਿੱਖ ਨਿਤਨੇਮੀ ਹੋਵੋਗੇ ਔਰ ਬਹੁਤ ਭਾਵਨਾ ਵਾਲੇ ਗੁਰਸਿੱਖ ਇੱਕ ਪਾਠ ਤੋਂ ਜ਼ਿਆਦਾ ਵੀ ਆਪਣੀ ਜ਼ਿੰਦਗੀ ਵਿੱਚ ਨਿਤਨੇਮ ਦੇ ਅਨੁਸਾਰ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਹੋਵੋਗੇ ਤੁਹਾਡੇ ਵਿੱਚ ਬੈਠੇ ਹੋਏ। ਸੁਖਮਨੀ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਅੰਦਰ ਉਸ ਪ੍ਰਮਾਤਮਾ ਦੇ ਨਾਮ ਦੀ ਵਡਿਆਈ, ਨਾਮ ਦੀ ਵਿਲੱਖਣਤਾ, ਨਾਮ ਦੀ ਵਿਸ਼ੇਸ਼ਤਾ, ਨਾਮ ਦਾ ਵਡੱਪਣ ਇੰਨਾ ਖੋਲ ਕੇ ਵਿਸਥਾਰ ਕੀਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਪਹਿਲੀ ਸਾਰੀ ਦੀ ਸਾਰੀ ਅਸ਼ਟਪਦੀ ਪ੍ਰਭੂ ਦੇ ਸਿਮਰਨ ਤੇ ਦੇ ਦਿੱਤੀ ਵੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਦੇ ਸਿਮਰਨ ਵਿੱਚ ਬੈਠਣ ਲੱਗਿਆ ਇਹ ਚੀਜ਼ ਨੂੰ ਅਹਿਸਾਸ ਕਰਕੇ ਬੈਠੀਏ ਵੀ ਮੈਂ ਜਿਹੜੇ ਹੁਣ ਵਾਹਿਗੁਰੂ ਦੇ ਸਿਮਰਨ ਵਿੱਚ ਬੈਠਣ ਲੱਗਾ ਜਾਂ ਬਾਣੀ ਦੇ ਸਿਮਰਨ ਵਿੱਚ ਬੈਠਣ ਲੱਗਾ, ਇਹ ਸਭ ਤੋਂ ਉੱਚੀ ਚੀਜ਼ ਆ, ਸਭ ਤੋਂ ਵਿਸ਼ੇਸ਼ ਆ। ਇਹਦੀ ਕੀਮਤ ਦੇ ਬਰਾਬਰ ਆਉਣ ਵਾਲਾ, ਇਹਦੇ ਮੁੱਲ ਦੇ ਬਰਾਬਰ ਆਉਣ ਵਾਲਾ, ਇਸ ਦੇ ਬਰਾਬਰ ਤੁਲਣ ਵਾਲਾ ਕੁਝ ਹੈ ਹੀ ਨਹੀਂ ਹੋਰ। ਤੇ ਦੁਨੀਆਦਾਰੀ ਦਾ ਹੁਣ ਬਿਜ਼ਨਸ ਮਾਈਂਡ ਹੈ। ਆਮ ਤੌਰ ਤੇ ਜਦੋਂ ਆਪਾਂ ਤੁਰਦੇ ਹਾਂ ਤਾਂ ਉਸ ਵੇਲੇ ਇਹ ਹੁੰਦਾ ਵੀ ਨਹੀਂ ਜੀ ਸੰਸਾਰ ਵੀ ਨਾਲ ਚੱਲਣਾ ਚਾਹੀਦਾ ਨਾ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਬਾਣੀ ਵਿੱਚ ਸਾਡਾ ਲੱਗਦਾ ਨਹੀਂ ਵੀ ਸਾਡੇ ਅੰਦਰ ਉੱਠਣ ਵਾਲਾ ਕੋਈ ਵੀ ਸਵਾਲ ਹੋਵੇ ਉਹ ਰਹਿਣ ਦਿੱਤਾ ਹੋਵੇ ਹੱਲ ਕਰਨ ਤੋਂ। ਹੁਣ ਇਸੇ ਅਸ਼ਟਪਦੀ ਵਿੱਚ ਇੱਕ ਅੱਗੇ ਵਚਨ ਆਉਂਦੇ ਨੇ, ਕਹਿਣ ਲੱਗੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇੱਕ ਨਹੀਂ, ਕਿਤੇ ਇਹਨਾਂ ਅਰਿੱਧ ਸਿੱਧ ਨੌ ਨਿੱਧ ਗਿਆਨ ਧਿਆਨ ਤਤ ਬੁੱਧ ਦੀਆਂ ਕਿਤੇ ਵਿਆਖਿਆਵਾਂ ਕਰਕੇ ਵੇਖੀਏ ਤੇ ਬੜਾ ਵੱਡਾ ਖੁਲਾਸਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੇ ਸਿਮਰਨ ਵਿੱਚੋਂ ਇਹ ਸਭ ਕੁਝ ਮਿਲਣਾ ਹੈ। ਹੋਰ ਪੁੱਛ ਕੇ ਵੇਖੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਅੱਗੇ ਚੱਲੀਏ ਥੋੜ੍ਹਾ ਜਿਹਾ ਇਸੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ
ਤੀਸਰੀ ਅਸ਼ਟਪਦੀ ਦੇ ਆਰੰਭ ਦੇ ਵਿੱਚ ਜਾ ਕੇ ਵੇਖਣ ਦਾ ਯਤਨ ਕਰੀਏ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਦੁਨੀਆ ਦੇ ਧਨ ਦੌਲਤ ਤੁਸੀਂ ਡਾਕਟਰ ਬਣ ਕੇ, ਇੰਜੀਨੀਅਰ ਬਣ ਕੇ ਬੜੇ ਕੁਝ ਕਮਾ ਲਓਗੇ, ਬੜੇ ਫਿਲਾਸਫਰ ਬਣ ਜਾਓਗੇ, ਪਤਾ ਨਹੀਂ ਕਿੰਨੀਆਂ ਕਿ ਤੁਸੀਂ ਮਿਲੀਅਨ ਨਹੀਂ ਬਿਲੀਅਨ ਏਅਰ ਹੋ ਜਾਓ, ਪਰ ਸੱਚ ਜਾਣਿਓ ਦੁਨੀਆ ਦੇ ਮਿਲੀਅਨ ਏਅਰ ਤੇ ਜਾ ਕਰਕੇ ਵੀ ਤੁਹਾਨੂੰ ਜੇ ਤੁਸੀਂ ਕਹੋ ਮੈਂ ਸਾਰੀ ਦੁਨੀਆ ਦੀ ਧਨ ਦੌਲਤ ਰੱਬ ਦੇ ਨਾਮ ਦੇ ਬਦਲੇ ਦੇ ਕੇ ਨਾਮ ਲੈ ਲਾਂਗਾ, ਕਦੇ ਨਹੀਂ ਜੇ ਮਿਲਣਾ। ਇਹ ਇੰਨਾ ਬੇਕੀਮਤ ਹੈ, ਇਹ ਇੰਨਾ ਬੇਕੀਮਤ ਹੈ। ਇਹ ਦੁਨੀਆ ਦੇ ਕਿਸੇ ਬਿਜ਼ਨਸ ਵਿੱਚੋਂ, ਕਿਸੇ ਵਪਾਰ ਵਿੱਚੋਂ ਨਹੀਂ ਜੇ ਲੱਭਣਾ ਇਹ ਪ੍ਰਮਾਤਮਾ ਦਾ ਨਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਸਾਨੂੰ ਸਮਝਣ ਵਾਸਤੇ ਇਸ ਅਸ਼ਟਪਦੀ ਨੂੰ ਆਰੰਭ ਕੀਤਾ। ਕਹਿਣ ਲੱਗੇ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਪੁੰਨ ਦਾਨ ਹੁਮੈ ਬਹੁ ਰਤਨਾ, ਸਰੀਰ ਕਟਾਏ ਹੁਮੈ ਬਹੁ ਰਤਨਾ। ਇਹ ਸਾਰੇ ਪੌੜੀ ਪਹਿਲੀ ਪੜ੍ਹੋ, ਧਿਆਨ ਕਰਿਓ ਕਿਤੇ। ਤੇ ਇਸ ਪੌੜੀ ਦੀ ਸਮਾਪਤੀ ਦੇ ਬਚਨ ਨੇ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਇਸ ਨਾਮ ਦੀ ਵਿਸ਼ੇਸ਼ਤਾ ਪਤਾ ਹੋਵੇ ਵੀ ਨਾਮ ਕੀ ਹੈ, ਸ਼ਬਦ ਕੀ ਹੈ ਜਿਹੜੇ ਸ਼ਬਦ ਨਾਲ ਅਸੀਂ ਜੁੜ ਰਹੇ ਹਾਂ। ਜਿੰਨੀ ਦੇਰ ਤੱਕ ਕਿਸੇ ਆਪਣੇ ਟੀਚਰ ਜਾਂ ਅਧਿਆਪਕ ਜਾਂ ਆਪਣੇ ਉਸਤਾਦ ਦੇ ਕਹੇ ਹੋਏ ਬੱਧੋ ਰੁੱਧੀ ਵਿੱਚ, ਮੇਰਾ ਮਤਲਬ ਇਹ ਨਹੀਂ ਹੈ ਵੀ ਛੱਡ ਦਿਓ, ਬੱਧੋ ਰੁੱਧੀ ਵਿੱਚ ਜਾਣਾ ਨਹੀਂ, ਕਿਉਂਕਿ ਸ਼ੁਰੂਆਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਆਪਣੀ ਬੋਲੀ ਵਿੱਚ ਬੱਚੇ ਦੇ ਬਚਪਨ ਵਿੱਚ ਜਦੋਂ ਤੁਰਨਾ ਹੁੰਦਾ ਸੀ ਤੇ ਉਹਨੂੰ ਕਹਿੰਦੇ ਹੁੰਦੇ ਸੀ ਗਡੀਰੇ ਦਾ ਮਦਦ ਲੈ ਕੇ ਤੁਰਨਾ, ਗਡੀਰਾ ਲੈ ਕੇ ਤੁਰਨਾ। ਤੁਸੀਂ ਸ਼ਾਇਦ ਉਹਨੂੰ ਵਾਕਰ ਕਹਿੰਦੇ ਹੋ ਕਿ ਬੱਚੇ ਨੂੰ ਤੁਰਨ ਦੇ ਆਰੰਭਤਾ ਦੀ ਉਸ ਅਵਸਥਾ ਵਾਸਤੇ ਵਾਕਰ ਦੀ ਲੋੜ ਹੈ। ਪਰ ਜਦੋਂ ਹੁਣ ਬੱਚਾ ਵੱਡਾ ਹੋ ਗਿਆ, ਉਸ ਵੇਲੇ ਵੀ ਕਵੇ ਵੀ ਮੈਂ ਤੇ ਉਹ ਵਾਕਰ ਨਾਲ ਹੀ ਰੱਖਣਾ, ਵੀ ਉਹ ਤੋਂ ਬਿਨਾਂ ਮੈਂ ਨਹੀਂ ਚੱਲ ਸਕਦਾ, ਇਹ ਨਹੀਂ ਹੋਣਾ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਵਾਕਰ ਤੋਂ ਬਿਨਾਂ ਤੁਰਿਆ ਜਾਏ, ਵਾਕਰ ਦੀ ਜ਼ਰੂਰਤ ਹੈ। ਇਸ ਕਰਕੇ ਆਰੰਭਤਾ ਵਿੱਚ ਇਹ ਚੀਜ਼ਾਂ ਸਾਨੂੰ ਹੱਠ ਕਰਕੇ ਵੀ ਤੁਰਨਾ ਪੈਣਾ, ਹੱਠ ਕਰਕੇ ਵੀ, ਕਿਉਂ ਮਨ ਭੈੜਾ ਹੈ। ਮਨ ਸੰਕਲਪ ਵਿਕਲਪ ਫੁਰਨੇ ਉਠਾਉਂਦਾ ਹੈ, ਭੱਜਦਾ ਹੈ, ਬਾਹਰ ਨੂੰ ਦੌੜਦਾ ਹੈ। ਪਰ ਇਸ ਗੱਲ ਨੂੰ ਵੀ ਇਸ ਥਾਂ ਤੇ ਜਾ ਕਰਕੇ ਕਿਤੇ ਇਹ ਨਾ ਲੈ ਲੈਣਾ ਵੀ ਮੈਨੂੰ ਸਾਲ ਹੋ ਗਿਆ ਜੀ, 2 ਸਾਲ ਹੋ ਗਏ ਜੀ, ਇੰਨਾ ਚਿਰ ਹੋ ਗਿਆ, ਕੋਈ ਬਰਕਤ ਨਹੀਂ ਪੈਂਦੀ। ਸੱਚ ਜਾਣਿਓ, ਗੁਰਬਾਣੀ ਦੇ ਪਵਿੱਤਰ ਪਾਵਨ ਅੰਮ੍ਰਿਤਮਈ ਆਸ਼ੇ ਵਿੱਚ ਜਦੋਂ ਅਧਿਆਤਮਕ ਮਾਰਗ ਤੇ ਤੁਰਨਾ ਹੈ ਨਾ, ਤੇ ਅਧਿਆਤਮਕ ਮਾਰਗ ਦੇ ਪੰਥੀ ਨੂੰ ਜਦੋਂ ਤੱਕ ਆਪਣੇ ਸਿਮਰਨ ਭਜਨ ਬਰਕਤ ਵਿੱਚੋਂ ਵੀ ਕੁਝ ਆਸ ਲੈ ਕੇ ਬੈਠਾ ਨਾ ਵੀ ਮੈਂ ਇਸ ਸਿਮਰਨ ਦੇ ਵਿੱਚੋਂ ਆਹ ਨਹੀਂ ਮੈਨੂੰ ਮਿਲਿਆ, ਕਿਉਂ ਨਹੀਂ ਮਿਲਿਆ, ਉਦੋਂ ਤੱਕ ਅਜੇ ਰਾਹ ਦੀ ਰੁਕਾਵਟ ਆ, ਅਜੇ ਮਾਰਗ ਵਿੱਚ ਰੋੜਾ ਆ। ਅਰਥਾਤ ਇਹ ਸਿਮਰਨ ਕਰਦਿਆਂ 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 ਤੂੰ ਇਹਨਾਂ ਆਸ਼ਾਵਾਂ ਤੋਂ ਟੁੱਟਣਾ ਆ। ਜਿਸ ਵੇਲੇ ਆਪਾਂ ਭੋਜਨ ਛਕਦੇ ਹਾਂ, ਕਿਸੇ ਤਰ੍ਹਾਂ ਦਾ ਫੂਡ, ਕੋਈ ਇਸ ਤਰ੍ਹਾਂ ਦਾ ਲਾਈਕ ਕਰਦਾ, ਕੋਈ ਕਿਸੇ ਤਰ੍ਹਾਂ ਲਾਈਕ ਕਰਦਾ, ਖਾਂਦੇ ਹਾਂ। ਪਰ ਕਦੇ ਇਹ ਨਹੀਂ ਸੋਚ ਕੇ ਖਾਧਾ ਵੀ ਆਹ ਇੱਕ ਬੁਰਕੀ ਮੈਂ ਪਾਸਤੇ ਦੀ ਖਾਧੀ ਏ ਤੇ ਇਹਦਾ ਮੇਰੇ ਜਾ ਕਰਕੇ ਸਰੀਰ ਦੇ ਵਿੱਚ ਐ ਸਾਈਡ ਦੇ ਉੱਤੇ ਇਹਦਾ ਖੂਨ ਬਣਨਾ, ਆਹ ਦੂਸਰਾ ਮੈਂ ਹੁਣ ਪੀਜ਼ੇ ਦੀ ਇੱਕ ਸਲਾਈਸ ਖਾਣੀ ਹੈ ਤੇ ਇਹਦਾ ਦੂਜੀ ਸਾਈਡ 'ਤੇ ਜਾ ਕੇ ਖੂਨ ਬਣਨਾ, ਜੇ ਮੈਂ ਪਾਣੀ ਪੀਤਾ ਤੇ ਇਹਦੀ ਚਰਬੀ ਬਣਨੀ। ਕਦੇ ਨਹੀਂ ਸੋਚਿਆ ਕਿਸੇ ਨੇ। ਪਰਮੇਸ਼ਰ ਵਾਹਿਗੁਰੂ ਜੀ ਨੇ ਸਾਡੇ ਸਰੀਰ ਦੇ ਅੰਦਰ ਸਿਸਟਮ ਇਹ ਬਣਾ ਦਿੱਤਾ ਹੈ ਵੀ ਤੂੰ ਫੂਡ ਖਾ, ਤੂੰ ਭੋਜਨ ਛਕ, ਇਹਦਾ ਕਿਹੜੇ ਹਿੱਸੇ ਦਾ ਖੂਨ ਬਣਨਾ ਹੈ, ਕਿਹੜੇ ਹਿੱਸੇ ਦਾ ਪਾਣੀ ਬਣਨਾ ਹੈ, ਕਿਹੜੇ ਇਹਦੀ ਐਨਰਜੀ ਬਣਨੀ, ਉਹ ਰੱਬ ਜੀ ਜਾਣਦੇ ਨੇ, ਪਰਮਾਤਮਾ ਜੀ ਜਾਣਦੇ ਨੇ। ਅਧਿਆਤਮਕ ਮਾਰਗ ਦੇ ਪਾਂਧੀ ਨੇ ਆਪਣੀ ਰਸਨਾ ਤੋਂ ਜਪੇ ਜਾ ਰਹੇ ਵਾਹਿਗੁਰੂ ਦੇ ਸਿਮਰਨ ਜਾਂ ਸ਼ਬਦ ਦੇ ਅਭਿਆਸ ਦੀਆਂ ਆਸ਼ਾਵਾਂ ਲਾਉਣੀਆਂ ਨੇ ਵੀ ਦਾਤਾ ਜੀ ਮੈਂ ਤੇ ਬੱਚਾ ਆ, ਮੈਂ ਤੇ ਬਾਲਕ ਭੁੱਲਣਹਾਰ ਆ, ਮੈਨੂੰ ਤੇ ਪਤਾ ਹੀ ਨਹੀਂ ਗਾ ਵੀ ਮੈਂ ਕੀ ਚਾਹੁੰਦਾ ਆ। ਇੱਕ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਵਿਆਖਿਆ ਕਰਦਿਆਂ ਬਚਨ ਕਰਦੇ ਨੇ, ਸਾਡੀ ਹਾਲਤ ਆ ਉਹ, ਕਿਉਂਕਿ ਜੇ ਮੇਰੀਆਂ ਇੱਛਾਵਾਂ ਅਨੁਸਾਰ ਮੇਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਜਾਣ, ਜੋ ਮੈਂ ਸੋਚਾਂ ਉਹੀ ਪੂਰਾ ਹੋ ਜਾਏ, ਜੋ ਮੈਂ ਸੋਚਾਂ ਉਹੀ ਪੂਰਾ ਹੋ ਜਾਏ, ਤੇ ਸੱਚ ਜਾਣਿਓ ਬੰਦਾ ਤੇ ਰੱਬ ਤੋਂ ਅੱਗੇ ਲੰਘਣ ਨੂੰ ਫਿਰੇ, ਰੱਬ ਜੀ ਨੂੰ ਕੀ ਮੰਨੇ। ਤੈਨੂੰ ਇੱਥੇ ਆਉਣਾ ਪੈਣਾ, ਤੈਨੂੰ ਇੱਥੇ ਆਉਣਾ ਪੈਣਾ। ਬਾਣੀ ਦੇ ਅੰਦਰ ਇਹ ਪਵਿੱਤਰ ਬਚਨ ਆਏ ਨੇ, ਕਹਿਣ ਲੱਗੇ ਇਸ ਗੱਲ ਨੂੰ ਸਵੀਕਾਰ ਕਰ ਕਿ ਮੇਰੀ ਮਤ ਚੰਚਲਿਆ, ਮੇਰੀ ਮਤ ਬਾਰਕ ਵਾਲੀ ਆ, ਬੱਚੇ ਵਾਲੀ ਆ,
ਬੱਚੇ ਵਾਲੀ ਬਾਤ ਦੇ ਵਿੱਚ ਜਾ ਕਰਕੇ ਇੱਕ ਥਾਂ ਤੇ ਮਹਾਰਾਜ ਕਹਿੰਦੇ ਆ, ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਦੇ ਦੇ ਤੋਟ ਨਾਹੀ ਪ੍ਰਭ ਰੰਗਾ। ਕੋਈ ਸ਼ੱਕ ਨਹੀਂ ਇਸ ਗੱਲ ਵਿੱਚ, ਮੰਗਣਾ ਗੁਰੂ ਤੋਂ ਹੀ ਹੈ। ਜੇ ਇਹਨੂੰ ਅਧਿਆਤਮਕ ਮਾਰ, ਮੈਨੂੰ ਨਾ ਅਭਿਆਸ ਕਮਾਈ ਵਾਲੇ ਪਾਸੇ ਨੂੰ ਤੁਰਨ ਦੀ ਗੱਲ ਹੁਕਮ ਹੋਇਆ ਇਸ ਵਿਸ਼ੇ ਤੇ। ਮੈਂ ਇਹ ਨਹੀਂ ਕਹਿੰਦਾ ਵੀ ਦੁਨੀਆ ਦੀਆਂ ਆਸ਼ਾਵਾਂ ਨਹੀਂ ਪੂਰੀਆਂ ਹੋਣੀਆਂ, ਪਰ ਸੱਚ ਜਾਣਿਓ ਇਸ ਵਿਸ਼ੇ ਤੇ ਜਾ ਕੇ ਨਾ ਬੰਦਗੀ ਵਾਲੀਆਂ ਉਹਨਾਂ ਨਾਮ ਰੰਗੀਆਂ ਆਤਮਾ ਵੱਲੋਂ ਜਦੋਂ ਇਸ ਗੱਲ ਦਾ ਜਵਾਬ ਮਿਲਦਾ ਹੈ, ਮਹਾਰਾਜ ਜੀ ਕੀ ਵਾਹਿਗੁਰੂ ਜੀ ਕੋਲੋਂ ਮੰਗਣਾ ਚਾਹੀਦਾ ਹੈ, ਸਾਨੂੰ ਦੁਨੀਆਦਾਰੀ ਦੇ ਸੁੱਖ ਮੰਗਣੇ ਚਾਹੀਦੇ ਨੇ, ਤੇ ਉੱਥੇ ਇੱਕ ਬੜਾ ਵੱਡਾ ਮੋੜ ਆਉਂਦਾ ਸਾਡੀ ਜ਼ਿੰਦਗੀ ਵਿੱਚ। ਕਹਿਣ ਲੱਗੇ ਗੁਰੂ ਸਾਹਿਬ ਜੀ, ਪ੍ਰਮਾਤਮਾ ਜੀ ਸਰਬ ਖਜ਼ਾਨੇ ਨੇ, ਸਾਰਿਆਂ ਸੁੱਖਾਂ ਦੇ, ਸਾਰੀਆਂ ਦਾਤਾਂ ਦੇ, ਸਾਰਿਆਂ ਭੰਡਾਰਿਆਂ ਦੇ ਖਜ਼ਾਨੇ ਨੇ, ਔਰ ਗੁਰ ਕੇ ਸਿੱਖ ਨੇ ਮੰਗਣਾ ਵੀ ਇੱਥੋਂ ਹੀ ਹੈ। ਪਰ ਮੰਗਣ ਵਾਲਾ ਦੁਨੀਆਦਾਰੀ ਦੀ ਜ਼ਿੰਦਗੀ ਦਾ ਜੀਣ ਵਾਲਾ ਸਫ਼ਰ ਹੋ ਰਿਹਾ। ਜੇ ਤੂੰ ਆਤਮਿਕ ਰੂਪ ਦੇ ਆਨੰਦ ਵਿੱਚ ਪਹੁੰਚਣਾ ਚਾਹੁੰਦਾ ਹੈ, ਕਿਤੇ ਅਧਿਆਤਮਿਕ ਮਾਰਗ ਦੀ ਤਰੱਕੀ ਤੇ ਜਾਣਾ ਚਾਹੁੰਦਾ ਹੈ, ਕਿਸੇ ਆਨੰਦ ਵਿੱਚ ਲੀਨ ਹੋਣਾ ਚਾਹੁੰਦਾ ਹੈ, ਤੇ ਉਸ ਵਾਸਤੇ ਕਹਿੰਦੇ ਰੱਬ ਦੇ ਪਿਆਰਿਆਂ ਦੀ ਇਹ ਸਿੱਖਿਆ ਆ ਵੀ ਵੇਖੀ ਕਿਤੇ ਗੁਰੂ ਕੇ ਸਿੱਖਾ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜੇ ਤੂੰ ਮੰਗਣਾ ਆ ਨਾ, ਤੇ ਉਸ ਮੰਗਣ ਤੋਂ ਇੱਕ ਗੱਲ ਵਾਸਤੇ ਤੂੰ ਆਪਣੇ ਆਪ ਦੀ ਸਮਝ ਵਿੱਚ ਪ੍ਰਪੇਅਰ ਚਾਹੀਦਾ ਆ, ਰੈਡੀ ਚਾਹੀਦਾ ਆ। ਕੀ ਵੀ ਜੇ ਮੇਰੀ ਇਹ ਅਰਦਾਸ ਨਾ ਪੂਰੀ ਹੋਈ, ਜੇ ਮੇਰੀ ਅਰਦਾਸ ਅਨੁਸਾਰ ਇਹ ਮੰਗ ਮੈਨੂੰ ਨਾ ਮਿਲੀ, ਤੇ ਫਿਰ ਮੈਂ ਕੀ ਕਰਨਾ? ਕਿਉਂਕਿ ਇੱਥੇ ਆ ਕੇ ਬਹੁਤ ਟੁੱਟਦੇ ਨੇ, ਬਹੁਤ ਟੁੱਟਦੇ ਨੇ ਵੀ ਅਸੀਂ ਜੀ ਇੰਨਾ ਚਿਰ ਹੋ ਗਿਆ ਸਿੱਖੀ ਕਮਾਉਂਦੇ ਆ, ਇੰਨਾ ਚਿਰ ਹੋ ਗਿਆ ਗੁਰਮਤਿ ਕਮਾਉਂਦੇ ਆ, ਤੇ ਅਸੀਂ ਅਰਦਾਸਾਂ ਕਰ ਕਰਕੇ ਥੱਕ ਗਏ, ਸਾਨੂੰ ਤੇ ਰੱਬ ਜੀ ਨੇ ਆ ਦਿੱਤਾ ਹੀ ਨਹੀਂ। ਕਹਿੰਦੇ ਅਧਿਆਤਮਕ ਮਾਰਗ ਦੇ ਰੰਗ ਵਿੱਚ ਰੱਗੇ ਜਾਣ ਦੀ ਆਸ ਲੈ ਕੇ ਤੁਰਨ ਵਾਲਿਆ, ਤੂੰ ਆਪਣੇ ਆਪ ਨੂੰ ਇਸ ਗੱਲ ਤੋਂ ਪਹਿਲੋਂ ਇਹ ਗੱਲ ਵਾਸਤੇ ਪ੍ਰਪੇਅਰ ਕਰਕੇ ਤੁਰੀ ਵੀ ਜੇ ਰੱਬ ਜੀ ਦੇ ਪਵਿੱਤਰ ਹੁਕਮ ਅਨੁਸਾਰ ਉਹ ਦਾਤ ਤੈਨੂੰ ਨਹੀਂ ਮਿਲੀ ਜੋ ਤੂੰ ਮੰਗਦਾ ਆ, ਤੇ ਕਿਤੇ ਇਹ ਗੱਲ ਤੈਨੂੰ ਧਰਮ ਤੋਂ ਨਾਸਤਕ ਨਾ ਬਣਾ ਦੇ, ਤੈਨੂੰ ਧਰਮ ਤੋੜਨ ਵਾਸਤੇ ਜਾਂ ਤੈਨੂੰ ਧਰਮ ਬਦਲਣ ਵਾਸਤੇ ਨਾ ਮਜਬੂਰ ਕਰਦਾ। ਕਿਉਂਕਿ ਹੁੰਦਾ ਆ, ਹੋ ਸਕਦਾ ਤੁਹਾਡੇ ਵਿੱਚ ਵੀ ਇਹੋ ਜਿਹਾ ਵਰਤਿਆ ਹੋਵੇ ਵੀ ਇੰਨਾ ਚਿਰ ਹੋ ਗਿਆ ਜੀ ਮੈਨੂੰ ਧਰਮ ਦੇ ਵਿੱਚ ਤੁਰੇ ਤੁਰੇ ਜਾਂਦੇ ਆ, ਮੈਂ ਇਹਦੇ ਨਾਲ ਦੂਜਾ ਧਰਮ ਨਾ ਲੈ ਕੇ ਵੇਖਾਂ, ਭਲਾ ਉਹਦੇ 'ਚੋਂ ਤਰੱਕੀਆਂ ਮਿਲ ਜਾਣਗੀਆਂ। ਜੇ ਅਧਿਆਤਮਕ ਮਾਰਗ ਤੇ ਤੁਰਨਾ ਵਾ, ਤੇ ਉਹ ਸਭ ਕੁਝ ਆਪਣੇ ਗੁਰੂ ਤੇ ਛੱਡਣਾ ਪੈਣਾ ਆ, ਗੁਰੂ ਤੇ ਛੱਡਣਾ ਪੈਣਾ ਆ। ਅਰਦਾਸ ਕਰਨੀ ਆ, ਪਰ ਅਰਦਾਸ ਤੋਂ ਪਹਿਲੋਂ ਪ੍ਰਪੇਅਰ ਹੋਵੇਂ ਵੀ ਜੇ ਉਹ ਅਰਦਾਸ ਅਨੁਸਾਰ ਮੇਰੀਆਂ ਆਸਾਂ, ਮੇਰੀਆਂ ਅਰਦਾਸਾਂ ਪੂਰੀਆਂ ਨਾ ਹੋਈਆਂ, ਤੇ ਕੋਈ ਨਹੀਂ, ਮਹਾਰਾਜ ਜਾਣਦੇ ਨੇ ਮੈਨੂੰ ਕੀ ਮਿਲਣਾ ਚਾਹੀਦਾ, ਮੈਨੂੰ ਕੀ ਨਹੀਂ ਮਿਲਣਾ ਚਾਹੀਦਾ। ਉੱਥੇ ਇੱਕ ਉਦਾਹਰਣ ਦਿੰਦੇ ਨੇ ਸਤਿਗੁਰੂ ਸਾਹਿਬ ਜੀ ਬਾਣੀ ਅੰਦਰ, ਕਹਿਣ ਲੱਗੇ ਮਨੁੱਖ ਦੀ ਮਤ ਚੰਚਲ ਹੈ, ਤੇ ਚੰਚਲ ਮਤ ਉਸ ਬੱਚੇ ਨਾਲ ਮਹਾਰਾਜ ਸਾਹਿਬ ਨੇ ਉਦਾਹਰਣ ਦੇ ਕੇ ਤੁਲਨਾ ਕੀਤੀ। ਕਹਿਣ ਲੱਗੇ ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੈ। ਜਿਵੇਂ ਕਹਿੰਦੇ ਇੱਥੇ ਤੇ ਸ਼ਾਇਦ ਉਹੋ ਜਿਹੇ ਹਾਲਾਤ ਘੱਟ ਵਾਪਰਦੇ, ਆਪਾਂ ਪਿੰਡਾਂ 'ਚੋਂ ਰਹਿੰਦੇ ਆਏ ਹਾਂ, ਉੱਥੇ ਹੁੰਦਾ ਸੀ ਬੱਚੇ ਵਿਹੜਿਆਂ 'ਚ ਖੇਡਦੇ ਨੇ, ਖੁੱਲ੍ਹੇ ਥਾਵਾਂ 'ਤੇ ਦੌੜੇ ਫਿਰਦੇ ਨੇ, ਰਿੜ੍ਹਦੇ ਫਿਰਦੇ ਨੇ। ਬੱਚਾ ਨਿੱਕਿਆ ਜਿਹਾ ਅਜੇ ਗੋਡਿਆਂ 'ਤੇ ਰਿੜ੍ਹਦਾ ਫਿਰਦਾ ਹੈ, ਮਾਂ ਨੇ ਚੁੱਲ੍ਹੇ ਵਿੱਚ ਅੱਗ ਬਾਲੀ, ਰੋਟੀਆਂ ਪਕਾਉਂਦੀ ਹੈ, ਤੇ ਚੁੱਲ੍ਹੇ ਦੀਆਂ ਲਾਟਾਂ ਲਾਲ ਲਾਲ ਤਾਂ ਨੂੰ ਨਿਕਲਦੀਆਂ ਨੇ। ਹੁਣ ਉਹ ਬੱਚਾ ਹੈ, ਤੇ ਬੱਚਾ ਦੌੜ ਦੌੜ ਕੇ ਜਾਂਦਾ ਆ ਕਿ ਮੈਂ ਉਸ ਚੁੱਲ੍ਹੇ ਦੀ ਬਲਦੀ ਹੋਈ ਲਾਲ ਰੰਗ ਦੀ ਅੱਗ ਨੂੰ ਫੜਨਾ, ਮੈਂ ਉਹਦੇ 'ਚ ਹੱਥ ਪਾਉਣਾ। ਮਹਾਰਾਜ ਸਾਹਿਬ ਨੇ ਦੂਸਰੀ ਉਦਾਹਰਨ ਉੱਥੇ ਸੱਪ ਦੀ ਦਿੱਤੀ ਵੀ ਵਿਹੜੇ ਵਿੱਚ ਸੱਪ ਤੁਰਿਆ ਫਿਰਦਾ, ਤੇ ਸੱਪ ਜਦੋਂ ਤੁਰਦਾ ਬੜੇ ਵਲ ਪੈ ਕੇ ਤੁਰਦਾ ਨਾ ਜੀ, ਤੇ ਉਹ ਜਦੋਂ ਸੱਪ ਤੁਰਿਆ ਵੱਡਾ ਜਿਹਾ ਵਿਹੜੇ ਦੇ ਵਿੱਚ ਤੁਰਦਾ ਫਿਰਦਾ, ਉਹ 'ਚ ਵਲ ਪਏ, ਤੇ ਬੱਚੇ ਨੂੰ ਹੁਣ ਵਿਚਾਰੇ ਨੂੰ ਕੀ ਪਤਾ। ਕਹਿੰਦੇ ਬੱਚਾ ਦੌੜ ਕੇ ਆਪਣੇ ਗੋਡਿਆਂ 'ਤੇ ਰਿੜ ਕੇ ਜਾਂਦਾ, ਤੇ ਉਹ ਸੱਪ ਨੂੰ ਫੜਨਾ ਚਾਹੁੰਦਾ। ਪਰ ਆਪਾਂ ਸਾਰੇ ਜਾਣਦੇ ਹਾਂ ਵੀ ਜੇ ਉਸ ਬੱਚੇ ਨੇ ਅੱਗ 'ਚ ਹੱਥ ਪਾ ਲਿਆ ਤੇ ਉਹਦਾ ਕੀ ਹੋਣਾ, ਜੇ ਉਸ ਬੱਚੇ ਨੇ ਸੱਪ ਨੂੰ ਫੜ ਲਿਆ ਤੇ ਉਹਦਾ ਕੀ ਹੋਣਾ, ਬੱਚਾ ਨਹੀਂ ਜਾਣਦਾ। ਬੱਚੇ ਨੂੰ ਅੱਗ ਵਿੱਚ ਹੱਥ ਪਾਉਣ ਤੋਂ ਜਾਂ ਸੱਪ ਨੂੰ ਫੜਨ ਤੋਂ ਮਾਂ ਰੋਕਦੀ ਏ, ਪਿਓ ਰੋਕਦਾ ਏ। ਤੇ ਸੱਚ ਜਾਣਿਓ ਇਹ ਦੁਨੀਆ ਦਾ ਸੁਭਾਅ ਆ, ਤੁਸੀਂ ਵੇਖਿਆ ਹੋਵੇ ਜਾਂ ਨਾ ਵੇਖਿਆ ਹੋਵੇ, ਅਸੀਂ ਵੇਖਿਆ ਜਦੋਂ ਉਹ ਬੱਚੇ ਨੂੰ ਉਸ ਅੱਗ ਦੇ ਹੱਥ ਪਾਉਣ ਤੋਂ ਪਿਛਾਂਹ ਮੋੜਿਆ ਜਾਏ, ਬੱਚਾ ਚੀਕਾਂ ਮਾਰ ਮਾਰ ਕੇ ਰੋਂਦਾ, ਦੁਖੀ ਹੁੰਦਾ ਵੀ ਮੈਨੂੰ ਅੱਗ ਕਿਉਂ ਨਹੀਂ ਫੜਨ ਦਿੱਤੀ। ਪਰ ਉਹ ਬੱਚੇ ਨੂੰ ਨਹੀਂ ਪਤਾ ਵੀ ਜੇ ਬੱਚੇ ਦਾ ਹੱਥ ਅੱਗ 'ਚ ਪੈ ਗਿਆ ਤੇ ਸੜ ਜਾਣਾ ਹੈ। ਬੱਚੇ ਨੂੰ ਨਹੀਂ ਪਤਾ ਵੀ ਜੇ ਇਹਨੇ ਸੱਪ ਫੜ ਲਿਆ ਤੇ ਇਹਨੇ ਡੰਗ ਮਾਰ ਕੇ ਜ਼ਹਿਰ ਚਾੜ ਕੇ ਇਹਨੂੰ ਮਾਰ ਦੇਣਾ ਹੈ। ਮਾਂ ਨੂੰ ਪਤਾ ਆ, ਪਿਓ ਨੂੰ ਪਤਾ ਆ ਇਸ ਗੱਲ ਦਾ। ਇਸ ਕਰਕੇ ਪਿਓ ਤੇ ਮਾਂ ਉਹ ਸੱਪ ਨਹੀਂ ਫੜਨ ਦਿੰਦੀ ਤੇ ਅੱਗ 'ਚ ਹੱਥ ਨਹੀਂ ਪਾਉਣ ਦਿੰਦੀ।
ਇਹ ਗੱਲ ਦਾ ਵਿਸ਼ਵਾਸ ਲੈ ਕੇ ਤੁਰਨਾ, ਦਾਤਾ ਜੇ ਮੇਰੀਆਂ ਆਸ਼ਾ ਨਹੀਂ ਨਾ ਪੂਰੀਆਂ ਹੋਈਆਂ ਤੇ ਹੋ ਸਕਦਾ ਮੇਰੇ ਜੀਵਨ ਨੂੰ ਗਰਕ ਕਰਨ ਵਾਸਤੇ ਇਹ ਸੱਪ ਹੋਵੇ, ਹੋ ਸਕਦਾ ਮੇਰੇ ਜੀਵਨ ਨੂੰ ਤੇਰੀ ਬੰਦਗੀ ਤੋਂ ਤੋੜਨ ਵਾਸਤੇ ਇਹ ਅੱਗ ਵਾਂਗ ਸਾੜਨ ਵਾਲਾ ਹੋਵੇ, ਤਾਂ ਨਹੀਂ ਨਾ ਤੂੰ ਦਿੱਤਾ, ਕਿਉਂਕਿ ਤੈਨੂੰ ਤੇ ਪਤਾ ਹੈ ਨਾ ਵੀ ਮੇਰੇ ਵਾਸਤੇ ਭਲੇ ਵਾਲੀ ਗੱਲ ਹੈ ਕਿ ਬੁਰੇ ਵਾਲੀ ਗੱਲ ਹੈ। ਇਸ ਕਰਕੇ ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਇਸ ਵਿਸ਼ੇ ਦੇ ਉੱਤੇ ਇੰਨੀ ਭਾਵਨਾ ਹੋਵੇ, ਇੰਨੀ ਭਾਵਨਾ ਹੋਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਵਿਸ਼ੇ ਦੀ ਜਦੋਂ ਅੱਗੇ ਜਾ ਕਰਕੇ ਵਿਆਖਿਆ ਕਰਦੇ ਨੇ, ਮਹਾਰਾਜ ਕਿੰਨਾ ਇਸ ਨਾਮ ਦੇ ਇਸ ਸਰੂਪ ਨੂੰ ਇੰਨਾ ਵੱਡਾ ਸਾਡੇ ਤਾਈਂ ਦਸਾਉਣਾ ਚਾਹੁੰਦੇ ਆ। ਕਹਿਣ ਲੱਗੇ, ਬੰਦਿਆ ਦੁਨੀਆਦਾਰੀ ਦੀ ਜ਼ਿੰਦਗੀ ਵਿੱਚ ਬੜਾ ਅੱਗੇ ਲੰਘ ਗਿਆ, ਤੇਰੇ ਵਿੱਚ ਇੰਜੀਨੀਅਰ ਬੈਠੇ ਹੋਣਗੇ, ਫਿਲਾਸਫਰ ਬੈਠੇ ਹੋਣਗੇ, ਕਿੰਨੀਆਂ ਕਿੰਨੀਆਂ ਬਿਲਡਿੰਗਾਂ, ਕਿੰਨੇ ਕਿੰਨੇ ਮਹਿਲ ਮਾੜੀਆਂ ਦੁਨੀਆ 'ਤੇ ਬਣਾ ਦਿੱਤੇ, ਤੇ ਉਹਨਾਂ ਸਾਰੇ ਮਹਿਲਾਂ ਨੂੰ ਬਣਾਉਣ ਵਾਸਤੇ ਇਹਨਾਂ ਨੂੰ ਕਿਸੇ ਨਾ ਕਿਸੇ ਥਾਂ 'ਤੇ ਥੰਮ, ਪਿੱਲਰ, ਸਪੋਰਟ, ਇਹ ਚੀਜ਼ਾਂ ਚਾਹੀਦੀਆਂ ਨੇ। ਪਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਲਿਆ ਜਿਹੜੇ ਨਾਮ ਦੀ ਬੰਦਗੀ ਵਿੱਚ ਜੁੜਨ ਵਾਸਤੇ ਤੈਨੂੰ ਕਹਿ ਰਹੇ ਆ ਨਾ, ਜਿਹੜੇ ਸ਼ਬਦ ਦੇ ਅਭਿਆਸ ਵਿੱਚ ਜੁੜਨ ਵਾਸਤੇ ਤੈਨੂੰ ਕਹਿ ਰਹੇ ਆ, ਉਹ ਸ਼ਬਦ ਤੇ ਉਹ ਨਾਮ ਇੰਨਾ ਸਮਰੱਥ ਹੈ, ਇੰਨਾ ਵੱਡਾ ਹੈ, ਇੰਨਾ ਪਾਵਰਫੁੱਲ ਹੈ ਕਿ ਉਸ ਨਾਮ ਦੇ ਆਸਰੇ ਤੇ ਸਾਰਾ ਬ੍ਰਹਿਮੰਡ ਖੜਾ ਹੈ। ਤੇ ਇਸ ਬ੍ਰਹਿਮੰਡ ਦੇ ਥੱਲੇ ਕੋਈ ਥੰਮ ਦੇਣ ਦੀ ਲੋੜ ਨਹੀਂ ਪਈ, ਕਿਉਂਕਿ ਨਾਮ ਦੇ ਆਸਰੇ, ਸ਼ਬਦ ਦੇ ਆਸਰੇ ਖੜਾ ਹੈ। ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਆਦਿਕ ਦੇ ਬਚਨ ਆਪਾਂ ਪੜ੍ਹਦੇ। ਇਸ ਨਾਮ ਨੂੰ ਇੰਨਾ ਵਿਸ਼ੇਸ਼ ਆਪਣੇ ਮਨ ਵਿੱਚ ਮੰਨ ਕੇ ਫੇਰ ਨਾਮ ਜਪਣ ਵਿੱਚ ਜੁੜ ਕੇ ਬੈਠਾਂਗੇ ਤੇ ਸੱਚ ਜਾਣਿਓ, ਫਿਰ ਸਾਡੇ ਆਸੇ ਪਾਸੇ ਵੱਜਣ ਵਾਲੀਆਂ ਫੋਨ ਦੀਆਂ ਬਿੱਲਾਂ ਜਾਂ ਇਹ ਫੋਨ ਦੇ ਆਉਣ ਵਾਲੇ ਮੈਸੇਜ ਦੇ ਟਿਕ ਟਿਕ ਹੋਣ ਵਾਲੀ ਸਾਨੂੰ ਬੌਦਰ ਨਹੀਂ ਕਰ ਪਾਏਗੀ। ਜਿੱਦਣ ਪਤਾ ਲੱਗ ਗਿਆ ਵੀ ਨਾਮ ਇੰਨਾ ਵਿਸ਼ੇਸ਼ ਹੈ, ਸ਼ਬਦ ਇੰਨਾ ਵਿਸ਼ੇਸ਼ ਹੈ ਵੀ ਦੁਨੀਆ ਦੀ ਕੋਈ ਤਾਕਤ ਸਾਨੂੰ ਇਸ ਸ਼ਬਦ ਤੋਂ ਤੋੜ ਨਹੀਂ ਸਕਦੀ। ਤੀਸਰੇ ਨੰਬਰ 'ਤੇ ਸਾਡੇ ਵਿਦਵਾਨਾਂ ਨੇ ਦੱਸਿਆ ਵੀ ਜਿਹਦਾ ਨਾਮ ਜਪਣਾ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਇਹ ਨਾਮ ਕਿਹਦਾ ਆ। ਜਿਸ ਤਰ੍ਹਾਂ ਅਸੀਂ ਕਿਸੇ ਮਨੁੱਖ ਦਾ, ਕਿਸੇ ਭੈਣ ਭਰਾ ਦਾ, ਕਿਸੇ ਜਮਿੱਤਰ ਦਾ ਨਾਂ ਲੈਂਦੇ ਹਾਂ ਤੇ ਉਹਦੇ ਬਾਰੇ ਹੀ ਜਾਣਦੇ ਹਾਂ ਵੀ ਇਹਨੂੰ ਜਿਹਦਾ ਨਾਮ ਲੈ ਕੇ ਆਵਾਜ਼ ਮਾਰੀ ਉਹ ਕੌਣ ਆ। ਹੁਣ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਕਹੀ ਜਾਈਏ, ਇੰਨਾ ਪਤਾ ਆ ਜੀ ਇਹ ਤੇ ਗੋਡ ਇਜ਼ ਵਨ, ਕਿ ਪ੍ਰਮਾਤਮਾ ਇੱਕ ਆ ਜੀ, ਪ੍ਰਮਾਤਮਾ ਦਾ ਨਾਮ ਹੈ। ਪਰ ਇਸ ਗੱਲ ਦਾ ਅਹਿਸਾਸ ਹੋਵੇ ਉਹ ਪ੍ਰਮਾਤਮਾ ਕੀ ਹੈ, ਪ੍ਰਮਾਤਮਾ ਦੀ ਸਮਰੱਥਾ ਕੀ ਹੈ, ਪ੍ਰਮਾਤਮਾ ਕੀ ਕਰ ਸਕਦਾ ਹੈ। ਜਿਹੜੇ ਪ੍ਰਮਾਤਮਾ ਦਾ ਨਾਮ ਮੈਂ ਜਪ ਰਿਹਾ ਉਹ ਕੀ ਕਰ ਸਕਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਹੀ ਅਗਲੀ ਚੌਥੀ ਅਸ਼ਟਪਦੀ ਵਿੱਚ ਇੱਕ ਛੋਟਾ ਜਿਹਾ ਪ੍ਰਮਾਣ ਦੇ ਕੇ ਮੰਗਾਉਂਦੇ ਨੇ। ਕਹਿਣ ਲੱਗੇ, ਸਾਨੂੰ ਦੱਸਣਾ ਚਾਹੁੰਦੇ ਨੇ, ਤੂੰ ਆਪਣੇ ਆਪ ਨੂੰ ਸਮਝ ਵੀ ਤੂੰ ਕੀ ਹੈ ਤੇ ਜਿਹੜੇ ਪ੍ਰਮਾਤਮਾ ਜੀ ਦਾ ਨਾਮ ਜਪਦਾ ਉਹ ਕੀ ਹੈ। ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਆਰੰਭ ਕਰੀਏ ਤੇ ਬਚਨ ਆਰੰਭਤਾ ਵਿੱਚ ਆਉਂਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਭਲਿਆ ਉਸ ਰਮਈਏ ਮਾਲਕ ਦੇ ਗੁਣ ਚੇਤੇ ਕਰ, ਤੇ ਪਤਾ ਕਿੰਨਾ ਵੱਡਾ ਸਮਰੱਥ ਆ ਉਹ। ਤੇਰੇ ਮੂਲ, ਤੇਰੇ ਮੁੱਢ ਨੂੰ ਤੂੰ ਨਹੀਂ ਸ਼ਾਇਦ ਜਾਣਦਾ, ਨਾ ਜਾਣਨ ਦਾ ਯਤਨ ਕੀਤਾ ਹੋਵੇ ਵੀ ਤੇਰਾ ਮੁੱਢ ਕੀ ਹੈ, ਤੇਰਾ ਬੀਜ ਕੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੀ। ਉਸ ਹਾਲਾਤ ਵਿੱਚੋਂ ਤੈਨੂੰ ਆ ਮਨੁੱਖ ਦੇਹੀ ਸਿਰਜ ਕੇ ਉਸ ਪ੍ਰਮਾਤਮਾ ਨੇ ਦਿੱਤੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸ਼ਾਇਦ ਮੈਂ ਬਹੁਤਾ ਨਾ ਗਾਂ ਜਾਵਾਂ ਇਸ ਵਿਸ਼ੇ 'ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਇੰਨਾ ਡੂੰਘਾਈ ਵਿੱਚ ਸਾਡੇ ਅੰਦਰ ਪਾਉਣ ਦਾ ਯਤਨ ਕੀਤਾ ਵੀ ਪ੍ਰਮਾਤਮਾ ਦਾ ਨਾਮ ਜਾਣਨਾ, ਸ਼ਬਦ ਦਾ ਰੂਪ ਜਾਣਨਾ, ਸ਼ਬਦ ਦਾ ਮਾਲਕ ਨੂੰ ਜਾਣਨਾ। ਆਪਾਂ ਉਹਨੂੰ ਵਿਦਵਤਾ ਵਿੱਚ ਜਾ ਕਰਕੇ ਵਿਦਵਾਨ ਕਹਿੰਦੇ ਨਾਮ ਦੇ ਬਾਰੇ ਜਾਣਨਾ ਤੇ ਨਾਮ ਦੇ ਮਾਲਕ ਨਾਮੀ ਦੇ ਬਾਰੇ ਜਾਣਨਾ ਵੀ ਉਹ ਕੀ ਆ। ਪਰ ਇਹ ਸਭ ਕੁਝ ਤੋਂ ਬਾਅਦ ਅੱਗੇ ਜਾ ਕਰਕੇ ਜਿਹੜੀ ਵੱਡੀ ਗੱਲ ਹੈ ਉਹਨੂੰ ਸਾਡੇ ਦੁਨੀਆ ਦੇ ਵਿਦਵਾਨ, ਸਾਡੇ ਸਿੱਖ ਧਰਮ ਦੇ ਵਿਦਵਾਨ ਕਹਿੰਦੇ ਆ ਪ੍ਰੇਮ। ਪ੍ਰੇਮ ਜਦੋਂ ਭਗਤੀ ਦਾ ਜ਼ਿਕਰ ਆਉਂਦਾ ਨਾ ਸਾਡੇ ਗ੍ਰੰਥਾਂ ਵਿੱਚ, ਤੇ ਇਹਨੂੰ 9 ਤਰ੍ਹਾਂ ਦੀ ਭਗਤੀ ਮੰਨਿਆ ਜਾਂਦਾ ਜੀ। 9 ਤਰ੍ਹਾਂ ਦੀ ਨਵਦਾ ਭਗਤੀ ਕਹਿੰਦੇ ਨੇ ਵਿਦਵਾਨ। ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਵ ਨਿਵੇਦਨ ਜਾਨ। ਨਵਦਾ ਭਗਤੀ ਕਿਹਾ ਜਾਂਦਾ ਜੀ। ਇਸ ਤਰ੍ਹਾਂ 9 ਤਰੀਕਿਆਂ ਨਾਲ ਭਗਤੀ ਹੋ ਸਕਦੀ ਹੈ। ਖੈਰ ਲੰਬਾ ਵਿਸ਼ਾ ਹੈ।
ਇਸ ਕਰਕੇ ਨਵਦਾ ਭਗਤੀ ਵਿੱਚ ਜੁੜਨਾ, ਪਰ ਉਹ ਸਭ ਕਾਸੇ ਤੋਂ ਬਾਅਦ ਹੈ ਪ੍ਰੇਮਾ ਭਗਤੀ। ਕਹਿੰਦੇ ਨਵਦਾ ਭਗਤੀ ਵੀ ਉਦੋਂ ਜਾ ਕੇ ਪ੍ਰਵਾਨ ਚੜ੍ਹਨੀ ਹੈ ਜੇ ਕੋਈ ਵੀ ਇਹ 9 ਪ੍ਰਕਾਰ ਦੀ ਭਗਤੀ ਵਿੱਚੋਂ ਕੀਤੀ ਭਗਤੀ ਤੂੰ ਪ੍ਰੇਮ ਨਾਲ ਕੀਤੀ ਹੋਏਗੀ। ਹੁਣ ਪ੍ਰੇਮ ਦੀਆਂ ਸਾਖੀਆਂ, ਪ੍ਰੇਮ ਦੀਆਂ ਉਦਾਹਰਨਾਂ ਸਾਡੇ ਇਤਿਹਾਸ ਵਿੱਚੋਂ, ਗੁਰੂ ਸਾਹਿਬਾਂ ਦੇ ਪਰਉਪਕਾਰਾਂ ਵਿੱਚੋਂ ਆਪਾਂ ਪੜ੍ਹ ਸਕਦੇ ਹਾਂ। ਇੱਕ ਛੋਟੀ ਜਿਹੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੇ ਪਵਿੱਤਰ ਜੀਵਨ ਵਿੱਚੋਂ ਇੱਕ ਪ੍ਰੇਮ ਦੀ ਗਾਥਾ ਆਪ ਜੀ ਦੇ ਸਾਹਮਣੇ ਸਾਂਝੀ ਕਰਨਾ ਚਾਹੁੰਦਾ। 2 ਮਿੰਟ ਲਵਾਂਗਾ। ਜ਼ਿਕਰ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਤੇ ਬਹੁਤ ਕੀਤੇ। ਉਹਨਾਂ ਦਾ ਬੜਾ ਲੰਬਾ ਜੀਵਨ ਪਰਉਪਕਾਰ ਭਰਿਆ ਹੋਇਆ ਹੈ। ਪਰ ਇੱਥੇ ਇਹ ਇੱਕ ਜਗਿਆਸੂ ਦੇ ਪ੍ਰੇਮ ਦੀ ਗੱਲ ਮੈਂ ਕਹਿ ਕੇ ਆਪ ਜੀ ਦੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ। ਯੂਪੀ ਦੇ ਇਲਾਕੇ ਵਿੱਚ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜੀਵਾਂ ਦੀ ਕਲਿਆਣ ਕਰ ਰਹੇ ਨੇ। ਅਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਾ, ਦਰਬਾਰ ਜਿਵੇਂ ਤੁਸੀਂ ਬਾਹਰ ਜੋੜੇ ਲਾ ਕੇ ਆਏ ਹੋ, ਉਹਨਾਂ ਜੋੜਿਆਂ ਵਿੱਚ ਇੱਕ ਆ ਕੇ ਮਨੁੱਖ ਬੈਠਦਾ ਹੈ ਜਿਹਦੀ ਨਿਗਾਹ ਦੀ ਰੋਸ਼ਨੀ ਨਹੀਂ ਹੈ। ਪ੍ਰੇਮ ਦੀ ਕਹਾਣੀ ਵੇਖੋ ਕਿੱਥੇ ਤੱਕ ਜਾਣੀ ਹੈ। ਇਹ ਪ੍ਰੇਮ ਕਿਤੇ ਸਾਡੇ ਅੰਦਰ ਪੈਦਾ ਹੋ ਜਾਏ ਤੇ ਫਿਰ ਕੋਈ ਦੁਨੀਆ ਦੀ ਤਾਕਤ ਸਾਨੂੰ ਰੱਬ ਦੇ ਨਾਮ ਜੀ ਤੋਂ ਤੋੜ ਨਹੀਂ ਸਕਦੀ। ਉਹ ਸੇਵਕ ਆ ਗਿਆ ਰਿੜਦਾ ਖਿੜਦਾ, ਕਿਤੇ ਆਸਰਾ ਲੈ ਕੇ ਡਗੋਰੀਆਂ ਨਾਲ ਡਿੱਗਦਾ ਢੈਂਦਾ ਉੱਥੇ ਆ ਗਿਆ ਜਿੱਥੇ ਗੁਰੂ ਸਾਹਿਬ ਦੇ ਜੋੜੇ ਆ, ਸੰਗਤਾਂ ਦੇ ਜੋੜੇ ਲੱਥੇ ਨੇ। ਹੁਣ ਅੱਗੇ ਜਾ ਨਹੀਂ ਸੀ ਸਕਦਾ, ਮਹਾਰਾਜ ਦਾ ਦਰਬਾਰ ਲੱਗਾ ਹੋਇਆ। ਦਰਬਾਰ ਵਿੱਚ ਜੋ ਕਥਾ ਕੀਰਤਨ ਜੋ ਗੁਰੂ ਜਸ ਚੱਲਿਆ ਉਹਨੇ ਕੰਨੀ ਬਹਿ ਉੱਥੋਂ ਸੁਣੇ, ਜੋੜਿਆਂ 'ਚ ਬਹਿ ਕੇ ਸੁਣਿਆ। ਜੋੜਿਆਂ ਦੀ ਜਿੰਨੀ ਕੁ ਉਹਨੂੰ ਸਮਝ ਪਈ, ਹੱਥਾਂ ਨਾਲ ਜੋੜੇ ਸਾਫ਼ ਕਰਦਾ, ਸੇਵਾ ਕਰੀ ਜਾਂਦਾ। ਜਮਾਂਦਰੂ ਅੰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਵਾਨ ਤੋਂ ਸਮਾਪਤੀ ਤੋਂ ਬਾਹਰ ਨਿਕਲੇ, ਸਿੱਖ ਨਾਲ ਆਏ। ਜਦੋਂ ਉਹਨੂੰ ਪਤਾ ਲੱਗਾ, ਜਿਸ ਤਰ੍ਹਾਂ ਬਿੜਕ ਪਈ ਵੀ ਕੋਈ ਆ ਰਿਹਾ, ਕੋਈ ਵਿਸ਼ੇਸ਼ ਆ ਰਿਹਾ, ਉਹਨੇ ਯਤਨ ਕੀਤਾ ਸਾਹਮਣੇ ਹੋਣ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਨੇਤਰਾਂ ਦਾ ਉਹ ਮਹਾਨ ਨਿਗਾਹ ਦਾ ਜੋ ਸਰੂਪ ਸੀ ਉਸ ਪਿਆਰੇ 'ਤੇ ਪਿਆ। ਉਹਨੂੰ ਬੈਠੇ ਨੂੰ ਵੇਖਿਆ। ਦੱਸਣ ਵਾਲਿਆਂ ਨੇ ਦੱਸਿਆ ਮਹਾਰਾਜ ਜੀ ਇਹ ਤੇ ਅੰਨਾ ਹੈ, ਜਿਹਨੂੰ ਨਿਹੰਗ ਸਿੰਘ ਦੇ ਬੋਲਿਆਂ ਵਿੱਚ ਆਪਾਂ ਸੂਰਮਾ ਕਹਿੰਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਪਿਆਰ ਦੀ ਕਹਾਣੀ ਹੈ ਕਿ ਸਤਿਗੁਰਾਂ ਨੇ ਉਹਦੇ ਮੋਢਿਆਂ ਤੋਂ ਫੜ ਕੇ ਚੁੱਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਉਹਦੇ 'ਤੇ। ਉਹਦੀ ਭਾਵਨਾ ਮਹਾਰਾਜ ਦੇ ਦਰ 'ਤੇ ਪ੍ਰਵਾਨ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਬਚਨ ਨਿਕਲਿਆ, ਗੁਰਮੁਖਾ ਕੀ ਇੱਛਾ ਹੈ, ਕੀ ਮੰਗ ਹੈ? ਤੇ ਉਸ ਗੁਰਸਿੱਖ ਦੀ ਰਸਨਾ ਤੋਂ ਨਿਕਲਿਆ, ਦਾਤਾ ਜਦੋਂ 'ਚ ਜਨਮਿਆ ਜਮਾਂਦਰੂ ਅੰਨਾ, ਅੱਖਾਂ ਦੀ ਨਿਗਾਹ ਨਹੀਂ ਹੈਗੀ, ਬੜੇ ਧੱਕੇ ਖਾਦੇ ਨੇ, ਬੜੇ ਠੇਡੇ ਖਾਦੇ ਨੇ, ਕਿਰਪਾ ਕਰ, ਤਰਸ ਕਰ, ਜੇ ਦਇਆ ਦੇ ਘਰ ਵਿੱਚ ਆਇਆ ਤੇ ਮੇਰੀ ਅੱਖਾਂ ਦੀ ਨਿਗਾਹ ਬਖਸ਼ ਦੇ। ਗੁਰੂ ਨੂੰ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਅਸੀਂ ਇੱਥੇ ਵੀ ਆਣ ਕੇ ਇੱਕ ਟਪਲਾ ਖਾਂਦੇ ਹਾਂ। ਆਮ ਤੌਰ 'ਤੇ ਸਾਡੇ ਸਿੱਖ ਧਰਮ ਦੀਆਂ ਸਟੇਜਾਂ ਤੋਂ ਵੀ ਇਹ ਗੱਲ ਪ੍ਰਗਟ ਕਰਨ ਦਾ ਯਤਨ ਕੀਤਾ ਜਾਂਦਾ ਹੈ ਵੀ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਵੀ ਅਸੀਂ ਆਪਣੇ ਮਨੁੱਖ ਕੱਦ ਦੇ ਬਰਾਬਰ ਲਿਆਣ ਕੇ ਰੱਖਣਾ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਦੇ ਮਨੁੱਖ ਅਸੀਂ ਹਾਂ, ਜਿੰਨਾ ਕੁ ਕੁਝ ਅਸੀਂ ਕਰ ਸਕਦੇ ਉੱਦਾਂ ਕੀ ਗੁਰੂ ਕਰ ਸਕਦਾ ਹੈ। ਜੇ ਕਦੇ ਵੀ ਗੁਰਸਿੱਖ ਦੇ ਅੰਦਰ ਕਿਤੇ ਇਹ ਸੋਚ ਆ ਗਈ ਨਾ, ਤੇ ਇਹਦੇ ਨਾਲੋਂ ਅਧੋਗਤੀ ਵਾਲਾ ਜੀਵਨ ਹੋਰ ਕੋਈ ਨਹੀਂ ਹੋਏਗਾ। ਜੇ ਗੁਰੂ ਦੇ ਉੱਤੇ ਇਹੋ ਜਿਹਾ ਸ਼ੰਕਾ ਆ ਗਿਆ, ਗੁਰੂ ਸਰਵ ਕਲਾ ਸਮਰੱਥ ਹੈ। ਗੁਰੂ ਜੋ ਅਣਹੋਣੀ ਨੂੰ ਹੋਣੀ ਤੇ ਹੋਣੀ ਨੂੰ ਅਣਹੋਣੀ ਕਰ ਸਕਦਾ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਉਹ ਸਿੱਖ ਨੇ ਜਦੋਂ ਇਹਨਾਂ ਬੇਨਤੀ ਕੀਤੀ, ਦਾਤਾ ਜਮਾਂਦਰੂ ਅੰਦਾ ਹਾਂ, ਬੜੇ ਧੱਕੇ ਖਾਦੇ ਨੇ, ਕਿਰਪਾ ਕਰਕੇ ਅੱਖਾਂ ਦੀ ਨਿਗਾਹ ਬਖਸ਼ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਵਰਤੀ। ਇਹ ਇੱਕ ਥਾਂ ਨਹੀਂ ਜੀ ਵਰਤੀ, ਕਿਤੇ ਨਾ ਸਮਝ ਲੈਣਾ ਵੀ ਸ਼ਾਇਦ ਇੱਕ ਸਾਖੀ ਹੈ, ਮਨੋਂ ਘੜਤ ਨਾ ਹੋਵੇ। ਬੜੀਆਂ ਸਾਖੀਆਂ ਹੋਰ ਵਰਤਣਗੀਆਂ ਇਸ ਤਰ੍ਹਾਂ ਦੀਆਂ, ਕਿਤੇ ਸੁਣਿਓ, ਇਤਿਹਾਸ ਨੂੰ ਪੜ੍ਹਿਓ। 10ਵੇਂ ਪਾਤਸ਼ਾਹ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ, ਸਾਕੇ ਚੱਲ ਰਹੇ ਨੇ। ਇੱਕ ਦੇਵੀ ਦਾਸ ਨਾਮੀ ਭੀਮ ਚੰਦ ਦਾ ਵਜ਼ੀਰ ਆਉਂਦਾ, ਉਹਦੀਆਂ ਅੱਖਾਂ 'ਚ ਜਲਾਦ ਤੱਤੀਆਂ ਸਲਾਈਆਂ ਕਰ ਕਰਕੇ ਮਾਰਦੇ ਨੇ, ਪਰ ਉਹਨਾਂ ਸਲਾਈਆਂ ਦਾ ਧਿਆਨ, ਉਹਨਾਂ ਅੱਖਾਂ ਦਾ ਧਿਆਨ, ਨੇਤਰਾਂ ਦਾ ਧਿਆਨ ਦੇਵੀ ਦਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਧਰ ਲੈਂਦਾ। ਅਤੇ ਸੱਚ ਜਾਣਿਓ, ਉਹਨਾਂ ਅੱਖਾਂ ਦੇ ਵਿੱਚ ਵੱਜੀਆਂ ਹੋਈਆਂ ਸਲਾਈਆਂ ਤੇ ਪਾਰ ਹੋ ਗਈਆਂ ਨੇ, ਪਰ ਗੁਰੂ ਕੇ ਸਿੱਖ ਦੀਆਂ ਉਸ ਦੇਵੀ ਦਾਸ ਦੀ ਅੱਖਾਂ ਦੀ ਨਿਗਾਹ ਨਹੀਂ ਗਈ, ਕਿਉਂਕਿ ਉਹ ਸਲਾਈਆਂ ਦੀ ਤਾਬ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਰਨਾਂ 'ਤੇ ਝੱਲੀ ਏ। ਇਹ ਇਤਿਹਾਸ ਨੇ ਸਾਡੇ, ਸਾਨੂੰ ਇਸ ਇਤਿਹਾਸ ਤੋਂ ਤੋੜਿਆ ਜਾ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਰਹਿਮਤ ਦੀ ਨਿਗਾਹ ਵਰਤਾਈ ਤੇ ਉਹਦੀਆਂ ਅੱਖਾਂ ਦੀ ਨਿਗਾਹ ਸਾਹਮਣੇ ਦਿਖਣ ਜੋਗੀ ਹੋ ਗਈ। ਤੇ ਇਤਿਹਾਸ ਨੇ ਇਹ ਸਾਖੀ ਨੂੰ ਇੱਥੇ ਨਹੀਂ ਸਮਾਪਤੀ ਕੀਤੀ। ਇੰਨਾ ਨਹੀਂ ਪ੍ਰੇਮ, ਇੱਥੋਂ ਅੱਗੇ ਪ੍ਰੇਮ ਵੇਖਿਓ ਜੇ।
ਕਹਿਣ ਲੱਗੇ ਜਦੋਂ ਉਸ ਨੇ ਜਿੰਨੇ ਜਮਾਂਦਰੂ ਅੰਨੇ ਦੀ ਜ਼ਿੰਦਗੀ ਜੀਵੀ ਸੀ, ਉਹਨੇ ਦੁਨੀਆ ਦਾ ਕੁਝ ਨਹੀਂ ਸੀ ਵੇਖਿਆ। ਜਦੋਂ ਉਹਦੀ ਨਿਗਾਹ ਦੇ ਵਿੱਚ ਨਿਗਾਹ ਆਈ, ਉਹਨੂੰ ਦੇਖਣਾ ਨਸੀਬ ਹੋਇਆ, ਉਹਨੇ ਸਾਹਮਣੇ ਖੜੇ ਮੀਰੀ ਪੀਰੀ ਦੇ ਮਾਲਕ, ਸਡੌਲ ਸਰੀਰ, ਉੱਚਾ ਲੰਮਾ ਕੱਦ, ਸਜਿਆ ਹੋਇਆ ਦਮਾਲਾ, ਸਜੇ ਹੋਏ ਸ਼ਸਤਰ ਬਸਤਰ, ਉਸ ਗੁਰਸਿੱਖ ਨੇ ਹੱਥ ਜੋੜੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਮਾਲੇ ਦੇ ਸਿਰੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੌਲੀ ਹੌਲੀ ਸਹਿਜਾ ਸਹਿਜਾ ਦਰਸ਼ਨ ਕਰਨੇ ਆਰੰਭ ਕੀਤੇ ਨੇ। ਤੇ ਦਰਸ਼ਨ ਕਰਦਾ ਕਰਦਾ ਸਤਿਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਦਾ, ਸਾਰੇ ਸਰੀਰ ਦੇ ਦਰਸ਼ਨ ਕਰਦਾ, ਸਤਿਗੁਰਾਂ ਦੇ ਚਰਨਾਂ ਦੇ ਚਰਨਦਾਸੀ ਜੋੜੇ ਤੱਕ ਗਿਆ ਹੈ। ਜਦੋਂ ਜੋੜੇ ਤੱਕ ਗਿਆ ਹੈ ਤੇ ਉਹਨੇ ਆਪਣੇ ਨੇਤਰ ਫਿਰ ਮੁੰਦ ਲਏ, ਅੱਖਾਂ ਬੰਦ ਕਰ ਲਈਆਂ। ਜਦੋਂ ਉਹਨੇ ਫਿਰ ਅੱਖਾਂ ਬੰਦ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਜਾਣਦੇ ਨੇ, ਸਾਨੂੰ ਤੁਹਾਨੂੰ ਸ਼ਾਇਦ ਸਮਝਾਉਣਾ ਚਾਹੁੰਦੇ ਹੋਣ। ਜਦੋਂ ਉਹਨੇ ਅੱਖਾਂ ਮੁੰਦ ਲਈਆਂ, ਮਹਾਰਾਜ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਪ੍ਰੇਮੀਆਂ ਹੁਣ ਕੀ ਚਾਹਨਾ, ਹੁਣ ਕੀ ਇੱਛਾ? ਤੇ ਉਸ ਪ੍ਰੇਮੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਦਾਤਾ ਜੇ ਮੇਰੇ ਤੇ ਤਰਸ ਕਰਦਾ ਹੈ, ਜੇ ਮੇਰੇ ਤੇ ਰਹਿਮਤ ਕਰਦਾ ਹੈ, ਤੇ ਇਹ ਜਿਹੜੀ ਮੈਨੂੰ ਨਿਗਾਹ ਦਿੱਤੀ ਏ, ਇਹ ਮੈਂ ਚਾਹੁੰਦਾ ਤੂੰ ਹੁਣ ਇਹਨੂੰ ਵਾਪਸ ਲੈ ਲਾ। ਮੈਂ ਨਹੀਂ ਵੇਖਣਾ ਚਾਹੁੰਦਾ, ਮੇਰੀ ਵੇਖਣ ਦੀ ਸ਼ਕਤੀ ਖੋਲਾ। ਉਹਨੇ ਨੇਤਰ ਨਹੀਂ ਖੋਲੇ, ਨੇਤਰ ਬੰਦ ਕਰਕੇ ਹੀ ਇਹਨੇ ਬਚਨ ਕਰ ਰਿਹਾ। ਹੁਣ ਇਹਦੇ ਪ੍ਰੇਮ ਦੀ ਕਹਾਣੀ ਵੇਖੋ। ਮਹਾਰਾਜ ਨੇ ਪੁੱਛਿਆ, ਪ੍ਰੇਮੀਆਂ ਇਹ ਕਿਉਂ? ਸਾਰੀ ਜ਼ਿੰਦਗੀ ਇਹ ਸੰਨੇ ਪੁਣੇ ਦੇ ਠੇਡੇ ਖਾਦੇ ਨੇ, ਕਿਉਂ ਨਹੀਂ ਵੇਖਣਾ ਚਾਹੁੰਦਾ ਦੁਨੀਆ ਦੀ ਜ਼ਿੰਦਗੀ? ਦਾਤਾ ਅੱਧੀਓਂ ਵੱਧ ਲੰਘ ਗਈ ਏ, ਬਾਕੀ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਮੈਂ ਚਾਹੁੰਦਾ ਵਾਂ ਕਿਉਂਕਿ ਇਹਨਾਂ ਅੱਖਾਂ ਦੇ ਦਰਵਾਜ਼ੇ, ਅੱਖਾਂ ਦੇ ਡੋਰ ਰਾਹੀਂ ਮੇਰੇ ਮਨ ਦੀ ਅਵਸਥਾ ਦੇ ਉੱਤੇ ਦੁਨੀਆ ਦੀ ਕੋਈ ਚੀਜ਼ ਨਹੀਂ ਗਈ, ਕਿਉਂਕਿ ਅੱਖਾਂ ਤੇ ਜਮਾਂਦਰੂ ਆਉਂਦੀਆਂ ਸਨ। ਮੇਰੇ ਇਸ ਅੱਖਾਂ ਦੇ ਡੋਰ ਥਾਣੀ ਮੇਰੇ ਅੰਦਰ ਕੋਈ ਦੁਨੀਆ ਦੀ ਨਿਸ਼ਾਨੀ, ਕੋਈ ਦੁਨੀਆ ਦਾ ਰੂਪ ਨਹੀਂ ਗਿਆ। ਦਾਤਾ ਅੱਖਾਂ ਦੀ ਨਿਗਾਹ ਇਸ ਕਰਕੇ ਬੰਦ ਕਰ ਲੈਣੀ ਚਾਹੁੰਦਾ ਵਾਂ ਕਿ ਆ 4 ਛਿਨ ਤੂੰ ਮੈਨੂੰ ਅੱਖਾਂ ਦੀ ਨਿਗਾਹ ਦਿੱਤੀ ਏ ਤੇ ਮੈਂ ਇਸ ਅੱਖਾਂ ਦੇ ਦਰਵਾਜ਼ੇ ਰਾਹੀਂ ਤੇਰਾ ਸਰੂਪ ਆਪਣੇ ਅੰਦਰ ਵਸਾ ਲਿਆ। ਤੇ ਮੈਂ ਚਾਹੁੰਦਾ ਮੈਂ ਇਹਨਾਂ ਅੱਖਾਂ ਨਾਲ ਹੋਰ ਕੁਝ ਨਾ ਵੇਖਾਂ, ਤੇਰਾ ਸਰੂਪ ਹੀ ਇਸ ਹਿਰਦੇ ਦੀ ਇਸ ਦਹਲੀਜ਼ ਤੇ ਵਸਦਾ ਰਹੇ, ਮੈਂ ਇਸੇ ਦੇ ਦਰਸ਼ਨ ਕਰਦਾ ਰਹਾਂ ਬਾਕੀ ਜ਼ਿੰਦਗੀ। ਇਹ ਹੈ ਪ੍ਰੇਮ ਦੀ ਕਹਾਣੀ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਇਸ ਪ੍ਰੇਮ ਵਿੱਚ ਜਾ ਕਰਕੇ ਰੱਬ ਦੀ ਇਬਾਦਤ ਕਰਾਂਗੇ ਨਾ, ਉੱਥੇ ਗੁਰੂ ਕੋਲ ਵੀ ਮਾਨੋ ਜਿਤਨਾ ਕੋਈ ਆਪਸ਼ਨ ਹੀ ਨਹੀਂ ਰਹਿ ਜਾਂਦੀ ਵੀ ਤੁਹਾਡੇ ਵਾਸਤੇ ਭੰਡਾਰੇ ਨਾ ਖੋਲੇ। ਗੁਰੂ ਤੇ ਆਪ ਕਹਿੰਦਾ ਵੀ ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਹ ਕੋ ਗਹਿ ਬੰਦ ਹੈ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਗੁਰੂ ਤੇ ਇੰਨਾ ਤੁਹਾਡੇ ਨਾਲ ਵਚਨਬੱਧ ਹੈ ਵੀ ਇੱਕ ਵਾਰੀ ਪਿਆਰ ਨਾਲ ਕਿਤੇ ਗੁਰੂ ਨੂੰ ਆਵਾਜ਼ ਮਾਰ ਕੇ ਤੇ ਵੇਖੋ। ਗੁਰੂ ਕਹਿੰਦਾ ਮੈਂ ਆਪਣੀ ਰਸਨਾ ਤੋਂ ਬੋਲਿਆ ਬੋਲ ਵਾਪਸ ਲੈ ਲਵਾਂਗਾ। ਪ੍ਰੇਮ ਨਾਲ ਇਬਾਦਤ ਕਰਨ ਵਾਲਿਆ ਗੁਰਸਿੱਖਾ, ਤੇਰੀ ਰਸਨਾ ਤੋਂ ਬੋਲਿਆ ਹੋਇਆ ਬੋਲ ਮੈਂ ਝੂਠਾ ਨਹੀਂ ਪੈਣ ਦੇਵਾਂਗਾ। ਬੜੀਆਂ ਉਦਾਹਰਨਾਂ ਨੇ ਇਸ ਇਤਿਹਾਸ ਦੀਆਂ। ਤੇ ਉਹਨਾਂ ਰੱਬ ਦੇ ਪਿਆਰਿਆਂ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਪਵਿੱਤਰ ਅੱਜ ਬਰਸੀ ਦੇ ਬਰਥਾਏ ਭਾਈ ਸਾਹਿਬ ਨੇ ਮੈਂਸ਼ਨ ਕੀਤਾ, ਟੂਕ ਮਾਤਰ ਜ਼ਿਕਰ ਕੀਤਾ, ਇਹੋ ਜਿਹੇ ਰੱਬ ਦੀ ਬੰਦਗੀ ਵਿੱਚ ਜੁੜਿਆਂ ਹੋਇਆਂ ਨੂੰ ਜਦੋਂ ਆਪਾਂ ਚੇਤੇ ਕਰਾਂਗੇ ਤੇ ਵਾਕਿਆ ਹੀ ਜੇ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ 1915 ਵਿੱਚ ਉਹਨਾਂ ਦਾ ਜਨਮ ਪਾਕਿਸਤਾਨੀ ਚੁਗਲ ਵਿੱਚ ਹੋਇਆ। ਪਿਤਾ ਦਾ ਨਾਮ ਬਾਬਾ ਬਹਾਦਰ ਸਿੰਘ ਹੈ, ਮਾਤਾ ਦਾ ਨਾਮ ਮਾਤਾ ਪ੍ਰੇਮ ਕੌਰ ਹੈ। ਕਿਤੇ ਉਹ ਪੜ੍ਹ ਕੇ ਵੇਖੀਏ ਨਾ, ਕਿਉਂਕਿ ਬੜੇ ਇਹ ਟੌਪਿਕ ਨੇ ਅੱਜ ਦੇ ਬੱਚਿਆਂ ਬੱਚੀਆਂ ਨੂੰ ਦੱਸਣ ਵਾਲੇ। ਖੈਰ ਕੱਲ੍ਹ ਦਾ ਦਿਨ ਆਪ ਜੀ ਦੇ ਨਾਲ ਇਹ ਸਾਰੇ ਬਚਨ ਬਿਲਾਸ ਸਾਂਝੇ ਕਰਨ ਦਾ ਯਤਨ ਕਰਾਂਗਾ, ਜਿੰਨੇ ਕਿ ਚੇਤੇ ਆਈ ਗਏ ਕਿ ਬੱਚਿਆਂ ਨੂੰ ਜਦੋਂ ਦੁਨੀਆਦਾਰੀ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਮਾਂ ਬਾਪ ਦੀ ਬਣਨ ਦੀ ਅਵਸਥਾ ਵਿੱਚ ਜਾਣਾ, ਉਦੋਂ ਕੀ ਕਰਨਾ ਚਾਹੀਦਾ, ਉਦੋਂ ਕਿਹੋ ਜਿਹਾ ਇਹਨੂੰ ਆਪਣੀ ਜ਼ਿੰਦਗੀ ਦਾ ਜੀਵਨ ਜਿਉਣਾ ਚਾਹੀਦਾ ਜੇ ਅਸੀਂ ਆਪਣਾ ਤੇ ਆਪਣੇ ਬੱਚਿਆਂ ਦਾ ਫਿਊਚਰ ਸਵਾਰਨਾ ਚਾਹੁੰਦੇ ਹਾਂ, ਜੇ ਆਪਣੇ ਪਰਿਵਾਰਾਂ ਦਾ ਅਗਲਾ ਆਉਣ ਵਾਲਾ ਫਿਊਚਰ ਭਲਾ ਕਰਨਾ ਚਾਹੁੰਦੇ ਹਾਂ। ਇਹ ਸਾਨੂੰ ਕਰਨਾ ਪੈਣਾ ਹੈ। ਜੋ ਹਾਲਾਤ ਸਾਡੇ ਆਲੇ ਦੁਆਲੇ ਵਾਪਰ ਰਹੇ ਨੇ, ਇਹਦੇ ਵਿੱਚ ਸਾਨੂੰ ਐਕਟਿਵ ਹੋਣਾ ਪੈਣਾ ਹੈ। ਜੋ ਗੁਰੂ ਦੇ ਦਰਸਾਏ ਹੋਏ ਬਚਨ ਨੇ। ਮਾਤਾ ਪ੍ਰੇਮ ਕੌਰ ਜੀ, ਬਾਬਾ ਬਹਾਦਰ ਸਿੰਘ ਸਾਹਿਬ ਜੀ ਬੜੇ ਬੰਦਗੀ ਦੇ ਰੰਗੇ ਹੋਏ ਆਤਮਾ ਨੇ। ਖੈਰ ਉਹਨਾਂ ਦੇ ਘਰ ਵਿੱਚ 1915 ਵਿੱਚ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਤੇ 1545 ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਸ਼ਰਨ ਮਿਲੀ। ਚੇਤੇ ਰੱਖਿਓ ਇਸ ਗੱਲ ਨੂੰ, ਕਿਉਂਕਿ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ, ਅੱਜ ਦੁਨੀਆ ਦੇ ਉਲਾਮੇ ਨੇ ਉਹਨਾਂ ਦੇ ਨਾਂ ਤੇ। ਸਾਡੇ ਆਂਢ ਗੁਆਂਢ, ਸਾਡੇ ਸਿੱਖ ਧਰਮ ਵਾਲੇ ਲੋਕ ਹੀ ਉਹਨਾਂ ਦੀ ਸ਼ਖਸੀਅਤ ਤੇ ਉਲਾਮੇ ਦਿੰਦੇ ਨੇ। ਤੇ ਮੈਂ ਇੱਕ ਗੱਲ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਵਾਂ ਵੀ ਉਹਨਾਂ ਦੇ ਪਵਿੱਤਰ ਜੀਵਨ ਦੀ ਸਾਰੀ ਜਿਹੜੀ ਯਾਤਰਾ ਹੈ ਉਹਨੂੰ ਵੇਖਣ ਦਾ ਯਤਨ ਕਰੀਏ ਵੀ ਉਹਨਾਂ ਨੇ
1915 ਵਿੱਚ ਜਨਮ ਲਿਆ। 1945 ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਟਕਸਾਲ ਦੀ ਜਥੇਬੰਦੀ ਵਿੱਚ ਆਣ ਕੇ ਸ਼ਰਨ ਗ੍ਰਹਿਣ ਕੀਤੀ। 1945 ਤੋਂ ਲੈ ਕਰਕੇ 2.5 ਸਾਲ ਭਿੰਡਰੀ ਰਹਿ ਕਰਕੇ ਵਿਦਿਆ ਪੜ੍ਹੀ, ਸੇਵਾ ਕੀਤੀ ਤੇ ਉਹਦੇ ਤੋਂ ਬਾਅਦ ਚੱਕਰਵਰਤੀ ਜਥੇ ਨਾਲ ਰਹੇ। ਤੇ ਤੁਸੀਂ ਆਪ ਚੇਤਾ ਕਰਿਓ 45 ਤੋਂ ਲੈ ਕੇ ਤੇ 69 69 ਉਹਨੂੰ ਕਹਿੰਦੇ। 1969 ਵਿੱਚ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਆਪਣਾ ਸਰੀਰ ਛੱਡਿਆ ਜੀ। ਤੇ 19 ਸਾਲ ਉਦੋਂ ਤੱਕ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਦੀ ਗੜਵਈ ਬਣ ਕੇ ਸੇਵਾ ਕੀਤੀ। ਤੇ ਸੇਵਾ ਵਿੱਚ ਸਾਧ ਸੰਗਤ ਜੀ, ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਮੈਨੂੰ ਅੱਖਰ ਨਹੀਂ ਬੋਲਣੇ ਚਾਹੀਦੇ, ਪਰ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਦੇ ਸਰੀਰ ਦੀ ਢਲਿਆਈ ਸਮੇਂ ਉਹਨਾਂ ਦੀ ਸਭ ਤਰ੍ਹਾਂ ਦੀ ਕਿਰਿਆ ਧੰਨ ਬਾਬਾ ਠਾਕੁਰ ਸਿੰਘ ਸਾਹਿਬ ਨੇ ਆਪਣੇ ਹੱਥੀਂ ਧੋਈ ਹੈ ਉਹਨਾਂ ਦੀ। ਇਹੋ ਜਿਹਾ ਤਿਆਗੀ ਜੀਵਨ ਸੀ ਉਹਨਾਂ ਦਾ, ਇਹੋ ਜਿਹਾ ਸਮਰਪਿਤ ਜੀਵਨ ਸੀ ਉਹਨਾਂ ਦਾ। ਤੇ ਫਿਰ 1969 ਤੋਂ ਲੈ ਕਰਕੇ 77 ਤੱਕ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨਾਲ ਕੰਧੇ ਨਾਲ ਕੰਧਾ ਲਾ ਕਰਕੇ ਪੰਥ ਦੀਆਂ ਸੇਵਾਵਾਂ ਵਿੱਚ ਹਿੱਸੇ ਪਾਏ। ਤੇ 1978 ਤੋਂ ਲੈ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਮਹਾਂਪੁਰਸ਼ਾਂ ਨਾਲ 84 ਤੱਕ ਉਹਨਾਂ ਦੇ ਬਿਲਕੁਲ ਹਮ ਸਫਰ ਬਣ ਕੇ ਚੱਲਣਾ ਕੀਤਾ। ਜਿੱਥੇ ਉਹਨਾਂ ਨੇ ਹੁਕਮ ਕੀਤਾ, ਜਿੱਥੇ ਉਹਨਾਂ ਨੇ ਆਗਿਆ ਕੀਤੀ, ਜੋ ਡਿਊਟੀਆਂ ਦਿੱਤੀਆਂ ਨਾਲ ਨਿਭਾਈਆਂ। 1984 ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸਾਹਿਬ ਦਾ ਸਰੀਰ ਅਲੋਪ ਹੋ ਗਿਆ ਔਰ ਉਸ ਵੇਲੇ ਜਥੇਬੰਦੀ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ। ਤੇ ਮੈਨੂੰ ਇਸ ਗੱਲ ਨੂੰ ਕਹਿਣ ਵਾਸਤੇ ਕੋਈ ਗੁਰੇਜ਼ ਨਹੀਂ। ਭਾਈ ਸਾਹਿਬ ਜੀ ਬੈਠੇ ਨੇ, ਬਹੁਤਾ ਇਹਨਾਂ ਨੇ ਹੱਡੀ ਹੰਡਾਇਆ ਹੈ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਯਾਤਰਾ ਕੀਤੀ ਹੋਏਗੀ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੂਰੇ ਜਾਹੋ ਜਲਾਲ ਵਿੱਚ ਆਪਣੇ ਸਮੇਂ ਵਿੱਚ ਵਿਚਰੇ ਨੇ ਜੀ। ਪਰ 1984 ਤੋਂ ਲੈ ਕੇ 86-87 ਤੱਕ ਇਸ ਟਕਸਾਲ ਬੰਦੀ ਦੇ ਸਿਰ ਦੇ ਉੱਤੇ ਵੀ, ਜਥੇਬੰਦੀ ਦੇ ਸਿਰ ਦੇ ਉੱਤੇ ਇਹੋ ਜਿਹਾ ਸਮਾਂ ਸੀ ਕਿ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਸਾਈਕਲ ਤੇ ਜਾ ਕੇ ਟਕਸਾਲ ਚਲਾਉਣੀ ਪਈ ਜੀ। ਕੁਝ ਸਾਲ ਸਾਈਕਲ ਤੇ ਰਹਿ ਕੇ ਉਹਨਾਂ ਨੇ ਟਕਸਾਲ ਦੀ ਜਥੇਬੰਦੀ ਦੀ ਬਾਂਗਡੋਰ ਸੰਭਾਲੀ ਹੈ, ਸਾਈਕਲ ਤੇ ਚੱਲੇ ਨੇ ਉਹ। ਫਿਰ ਜਾ ਕਰਕੇ 87 ਦੇ ਵਿੱਚ ਅੱਗੇ ਜਾ ਕਰਕੇ ਫਿਰ ਆਪਣੇ ਘਰਾਂ ਵਿੱਚ ਆਣ ਕੇ ਪੈਰ ਠਹਿਰਾ ਹੁੰਦਾ ਜੀ। ਉੱਥੇ ਜਾ ਕਰਕੇ ਫਿਰ ਉਸ ਬਜ਼ੁਰਗ ਅਵਸਥਾ ਵਿੱਚ 45-15 ਉਹਨਾਂ ਦਾ ਜਨਮ ਹੈ ਤੇ 86-87 ਆ ਗਿਆ ਜੀ। ਉਮਰ ਦਾ ਅੰਦਾਜ਼ਾ ਆਪ ਲਾ ਲਓ ਵੀ ਕਿੰਨੀ ਹੋ ਗਈ। ਉਸ ਅਵਸਥਾ ਵਿੱਚ ਜਦੋਂ ਉਹਨਾਂ ਨੂੰ ਇਸ ਜਥੇਬੰਦੀ ਦੇ ਮੁੱਖ ਰੂਪ ਕਾਰਜਕਾਰੀ ਮੁਖੀ ਦੇ ਰੂਪ ਵਿੱਚ ਸੇਵਾਵਾਂ ਮਿਲਦੀਆਂ ਨੇ ਤੇ ਕਿੰਨਾ ਪ੍ਰਚਾਰ ਉਹਨਾਂ ਨੇ ਆਪਣੇ ਸਮੇਂ ਵਿੱਚ ਕੀਤਾ ਤੇ ਕਰਾਇਆ ਤੇ ਕਿੰਨਾ ਸਫ਼ਰ ਕੀਤਾ। ਅਸੀਂ ਨਾਲ ਰਹੇ ਹਾਂ। ਮਹਿਤੇ ਤੋਂ ਲੈ ਕੇ ਪਟਿਆਲੇ ਤੱਕ, ਅਬੋਹਰ ਤੱਕ, ਰਾਜਸਥਾਨ ਤੱਕ ਰੋਜ਼ਾਨਾ ਜਦੋਂ ਕਿਤੇ ਕਿਸੇ ਵੀ ਪ੍ਰੋਗਰਾਮ ਤੇ ਜਾਣਾ ਤੇ ਵਾਪਸ ਵੀ ਆਉਣਾ। ਕਿੰਨਿਆਂ ਘੰਟਿਆਂ ਬੱਧੀ ਦਾ ਸਫ਼ਰ ਕਰਕੇ ਬੱਸ ਕਾਰ ਵਿੱਚ ਜਾਣਾ ਤੇ ਨਾਲ ਜਾਣਾ। ਸਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਨੌਜਵਾਨ ਅਖਵਾਉਂਦੇ ਸੀ, ਉਹ ਜਦੋਂ ਵਾਪਸ ਆਉਂਦੇ ਸੀ ਤੇ ਲੋਕ ਦੇ ਫਿਰਦੇ ਹੁੰਦੇ ਸਨ ਵੀ ਕਿਤੇ ਰਜਾਈ ਬਿਸਤਰਾ ਲੱਭੇ ਤੇ ਹੁਣ ਆਰਾਮ ਕਰੀਏ, ਸੌਂ ਜਾਈਏ, ਡਿੱਗ ਪਈਏ। ਪਰ ਉਸ ਬਜ਼ੁਰਗ ਬਾਪੂ ਨੇ ਫਿਰ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਫੜਨੀ, ਖੜਾਵਾਂ ਪਾਉਣੀਆਂ ਤੇ ਚੱਲ ਮਾਲ ਡੰਗਰ ਵੱਲੇ ਧਿਆਨ। ਸ਼ਾਮ ਨੂੰ ਲੰਗਰ ਵਰਤਦਾ ਤੇ ਆਪਣੇ ਹੱਥ ਵਿੱਚ ਛਿੱਕੂ ਫੜ ਕਰਕੇ ਸਿੰਘਾਂ ਨੂੰ ਪ੍ਰਸ਼ਾਦਾ ਵਰਤਾਉਣਾ। ਉਹਨਾਂ ਦੇ ਕੋਲ ਸ਼ਾਮ ਨੂੰ ਪਹਿਰਾ ਲਾਉਣ ਦੀ ਡਿਊਟੀ ਮਿਲੀ ਹੈ ਜੀ ਕੁਝ ਸਮਾਂ। ਕਈ ਵਾਰੀ ਰਾਤ ਨੂੰ 12 ਤੋਂ 1 ਜਾਂ ਰਾਤ ਨੂੰ ਆਪਾਂ ਕਹਿੰਦੇ ਵੀ ਲੇਟ ਰਾਤ ਤੱਕ ਡਿਊਟੀ ਮਿਲੀ ਤੇ ਕਈ ਵਾਰੀ ਅਰਲੀ ਮਾਰਨਿੰਗ ਦੀ ਡਿਊਟੀ ਮਿਲੀ ਪਹਿਰੇ ਦੀ। ਤੇ ਸੱਚ ਜਾਣਿਓ, ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਹਿਣ ਵਿੱਚ ਸੰਕੋਚ ਨਹੀਂ ਕਰਾਂਗਾ ਵੀ ਜਿਹੜੇ ਵੇਲੇ ਮਰਜ਼ੀ ਵੀ ਡਿਊਟੀ ਮਿਲੀ ਹੋਵੇ ਉਹਨਾਂ ਦੇ ਕੋਲ ਪਹਿਰਾ ਲਾਉਣ ਦੀ, ਉਹਨਾਂ ਨੂੰ ਕਦੇ ਸੁੱਤੇ ਨਹੀਂ ਜੀ ਵੇਖਿਆ। ਜੇ ਰਾਤ ਲੇਟ ਤੱਕ ਉਹਨਾਂ ਕੋਲੇ ਪਹਿਰਾ ਲਾਉਂਦੇ ਆ ਤੇ ਉਦੋਂ ਵੀ ਬੈਠੇ ਬਾਣੀ ਸੁਣਦੇ ਨੇ। ਤੇ ਜਦੋਂ ਅਰਲੀ ਮਾਰਨਿੰਗ ਜਾ ਕਰਕੇ ਉਹਨਾਂ ਕੋਲੇ ਪਹਿਰਾ ਲਾਉਣ ਦੀ ਸੇਵਾ ਮਿਲੀ ਹੈ ਤੇ ਉੱਥੇ ਜਾ ਕੇ ਵੇਨੇ ਤੇ ਉਦੋਂ ਵੀ ਤੁਰਦੇ ਫਿਰਦੇ ਜਾਂ ਬੈਠੇ ਬਾਣੀ ਸੁਣ ਰਹੇ ਨੇ। ਇਹੋ ਜਿਹੇ ਜੀਵਨ ਦੇ ਉੱਤੇ ਮੇਰੇ ਵਰਗਾ ਉੱਠ ਕੇ ਕੋਈ ਸਵਾਲ ਕਰੇ ਵੀ ਇਹਨੇ ਪੰਥ ਨੂੰ ਕੀ ਦਿੱਤਾ ਤੇ ਹਾਸੋ ਹੀ ਨਾ ਕਹਿ ਸਕਦੇ, ਹੋਰ ਕੀ ਕਹਿ ਸਕਦੇ ਆ। ਫਿਰ ਤੇ ਬਾਣੀ ਦੀਆਂ ਪੰਕਤੀਆਂ ਸਾਹਮਣੇ ਆਉਣਗੀਆਂ ਹੀ ਨਾ ਸਾਡੇ ਵੀ ਆਪ ਨਾ ਦੇਹ ਚੁਰੂ ਭਰ ਪਾਣੀ ਤੈ ਨਿੰਦ ਹੈ ਜੇ ਗੰਗਾ ਆਨੀ। ਤੇ ਫਿਰ ਪੰਥਕ ਸੇਵਾਵਾਂ ਵਿੱਚ ਅੱਗੇ ਜਿਹੜੇ ਹਿੱਸੇ ਪਾਏ ਨੇ, ਬੜਾ ਲੰਬਾ ਕਾਫੀ ਉਹਨਾਂ ਦਾ ਯੋਗਦਾਨ ਹੈ। ਆਪ ਅੱਜ ਮਲਟੀ ਮੀਡੀਆ ਦੇ ਯੁੱਗ ਵਿੱਚ ਬੈਠੇ ਹੋ, ਬਹੁਤਿਆਂ ਨੇ ਸੁਣੇ ਹੋਣਗੇ ਸ਼ਹੀਦ ਪਰਿਵਾਰਾਂ ਦੇ ਕਮੈਂਟ ਜਿਹੜੇ ਨੇ ਇਸ ਵਿਸ਼ੇ ਤੇ। ਭਾਵ ਕਿ ਉਸ ਡੁੱਬਦੀ ਹੋਈ ਇਸ ਮਲਾ ਬੇੜੀ ਨੂੰ ਜੇ ਉਸ ਵੇਲੇ ਪੰਥ ਦੇ ਇਸ ਦਰਦ ਨੂੰ ਆਪਣੇ ਜੀਵਨ ਦਾ ਹਮ ਸਫ਼ਰ ਬਣਾ ਕੇ ਤੇ ਪੰਥ ਦੇ ਇਸ ਬਿਪਤਾ ਭਰੇ ਸਮੇਂ ਵਿੱਚ ਪੰਥ ਦੇ ਬਿਪਤਾ ਵਿੱਚੋਂ ਗੁਜ਼ਰ ਰਹੇ ਪਰਿਵਾਰਾਂ ਦੀ ਜੇ ਬਾਂਹ ਫੜੀਏ ਤੇ ਕੇਵਲ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਉਸ ਵੇਲੇ। ਬਹੁਤ ਉਦਾਹਰਨਾਂ ਨੇ ਤੇ ਬੰਦਗੀ, ਭਗਤੀ,
ਸਿਮਰਨ ਉਹਨਾਂ ਦਾ ਸਾਰਾ ਹੀ ਪੰਥ ਵਾਸਤੇ ਸੀ, ਗੁਰੂ ਖਾਲਸੇ ਵਾਸਤੇ ਸੀ। ਸਿੰਘਾਂ ਨੂੰ ਜਿਵੇਂ ਭਾਈ ਸਾਹਿਬ ਨੇ ਹੁਣੇ ਦੱਸਿਆ, ਮੈਂ ਇਕੱਲਾ ਨਹੀਂ ਕਹਿ ਰਿਹਾ, ਉਸ ਸਮੇਂ ਦੇ ਜਥੇ ਵਿੱਚ ਨਹੀਂ ਬਲਕਿ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਦੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼ਾਂ ਦੇ ਸਮੇਂ ਦੇ ਸਾਰੇ ਸਿੰਘਾਂ ਨੂੰ ਪੁੱਛ ਕੇ ਵੇਖ ਲਿਓ, ਤੇ ਜਿਹੜਾ ਵੀ ਕਹੇਗਾ ਉਹ ਇਹੋ ਹੀ ਕਹਿ ਕੇ ਅੱਖਰ ਬੋਲੇਗਾ ਕਿ ਬਾਬਾ ਠਾਕੁਰ ਸਿੰਘ ਸਾਹਿਬ ਜੀ ਜਥੇ ਦੀ ਮਾਂ ਸੀ। ਮਾਂ ਬਣ ਕੇ, ਮਾਂ ਨਾਲੋਂ ਵੀ, ਪਿਓ ਨਾਲੋਂ ਵੀ ਵੱਧ ਪਿਆਰ ਤੇ ਸਾਰੇ ਸਿੰਘਾਂ ਨੂੰ ਲਾਡ ਲਡਾਇਆ, ਤੇ ਇੰਨਾ ਪਿਆਰ ਕੀਤਾ। ਸ਼ਾਇਦ ਮੈਨੂੰ ਆਪਣੀ ਹੱਡ ਬੀਤੀ ਮੇਰੇ ਪ੍ਰਤੀ ਜੋ ਵਰਤੀ ਸ਼ਾਇਦ ਮੈਨੂੰ ਨਹੀਂ ਦੱਸਣੀ ਚਾਹੀਦੀ, ਪਰ ਕਈ ਵਾਰੀ ਬਹਾਵ ਬਣਿਆ ਹੁੰਦਾ, ਰੁਕਿਆ ਨਹੀਂ ਜਾਂਦਾ। ਮੈਂ ਟੂਕ ਮਤ 2 ਮਿੰਟ ਬਾਅਦ ਤੇ ਮੈਨੂੰ ਨਾ ਮਹਾਂਪੁਰਸ਼ਾਂ ਨੇ ਪੰਜੋਖੜਾ ਸਾਹਿਬ ਸੱਦ ਲਿਆ ਜੀ। ਪੰਜੋਖੜਾ ਸਾਹਿਬ ਜਾਣਦੇ ਹੋਵੋਗੇ ਬਹੁਤੇ ਸਥਾਨ ਨੂੰ, 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਸਥਾਨ ਹੈ, ਜਿੱਥੇ ਇੱਕ ਗੂੰਗੇ ਬਹਿਰੇ ਮਨੁੱਖ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰਥ ਕਰਵਾਏ ਸਨ ਗ੍ਰੰਥਾਂ ਦੇ, ਗੀਤਾਂ ਦੇ। ਸਪੈਸ਼ਲ ਸਿੰਘ ਆਏ, ਗੱਡੀ ਲੈ ਕੇ ਸਵੇਰੇ 4 ਵਜੇ ਮਨੇਰੇ ਕੁੰਡਾ ਖੜਕਿਆ ਘਰ ਦਾ, ਬਾਬਾ ਜੀ ਨੇ ਬੁਲਾਇਆ, ਉੱਥੋਂ ਚੜ੍ਹੇ, ਮਹਿਤੇ ਗਏ, ਅੱਧਾ ਦਿਨ ਲੰਘ ਗਿਆ, ਸ਼ਾਮਾਂ ਪਈਆਂ, ਪੰਜੋਖੜੇ ਸਾਹਿਬ ਪਹੁੰਚੇ, ਜਾ ਕੇ ਫਤਿਹ ਬੁਲਾਈ ਤੇ ਬਾਬਾ ਜੀ ਜਿਸ ਤਰ੍ਹਾਂ ਫਤਿਹ ਬੁਲਾ ਕੇ ਤੇ ਕੁਝ ਵੀ ਨਹੀਂ, ਬਚਨ ਬਲਾਸ ਕੋਈ ਨਾ ਕੀਤਾ। ਹੁਣ ਸਾਡਾ ਆਪਣਾ ਸੁਭਾਅ, ਆਪਣੀ ਚੰਚਲਤਾ ਹੈ, ਇੰਨੀ ਦੂਰੋਂ ਸਪੈਸ਼ਲ ਸਿੰਘ ਗਿਆ, ਸੱਦਿਆ, ਆਵਾਜ਼ ਮਾਰੀ ਤੇ ਕਿਹਾ ਤੇ ਕੁਝ ਨਹੀਂ, ਬਚਨ ਤੇ ਕੋਈ ਕੀਤਾ ਨਹੀਂ, ਵੀ ਕਾਹਦੇ ਵਾਸਤੇ ਬੁਲਾਇਆ। ਤੇ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਦੀਵਾਨ ਦੀ ਸ਼ੁਰੂਆਤ ਹੋ ਗਈ, ਨਿਤਨੇਮ ਹੋਇਆ ਗੁਰੂ ਦਰਬਾਰ ਵਿੱਚ। ਆਸਾ ਜੀ ਦੀ ਵਾਰ ਦਾ ਕੀਰਤਨ ਸਿੰਘਾਂ ਨੇ ਆਰੰਭ ਕੀਤਾ। ਕਥਾ ਦੇ ਸਮੇਂ ਤੋਂ ਪਹਿਲੋਂ ਮੈਨੂੰ ਸੁਨੇਹਾ ਮਿਲਿਆ ਵੀ ਜਾ ਸਿੰਘਾਂ ਨੂੰ ਆਪਣੇ ਨਾਲ ਸੇਵਾਦਾਰਾਂ ਨੂੰ ਭੇਜਿਆ ਵੀ ਭੁਪਿੰਦਰ ਸਿੰਘ ਨੂੰ ਕਹੋ ਕਥਾ ਕਰਨੀ ਅੱਜ। ਹੁਣ ਮੈਂ ਕੀ ਜਾਣਾ ਵੀ ਉੱਥੇ ਕੀ ਵਰਤਣਾ ਸੀ। ਕਥਾ ਕਰਨ ਵਾਸਤੇ ਹੁਕਮ ਹੋਇਆ। ਮੈਨੂੰ ਅੱਜ ਚੇਤਾ, ਭਗਤ ਕਬੀਰ ਸਾਹਿਬ ਦੇ ਸਲੋਕਾਂ ਦੀ ਕਥਾ ਸਿੰਘ ਉੱਥੇ ਲੜੀਵਾਰ ਕਰ ਰਹੇ ਸਨ ਉਦੋਂ ਨਾਲ ਬਾਬਾ ਜੀ ਦੇ ਇਸ ਸਮਾਗਮ ਵਿੱਚ। ਜਿਹੜੇ ਸਿੰਘ ਕਰ ਰਹੇ ਸੀ ਉਹਨਾਂ ਕੋਲ ਪੋਥੀ ਸਾਹਿਬ ਲੈ ਕੇ ਮੈਂ ਵਿਚਾਰ ਕੇ ਉਸ ਸਲੋਕ 'ਤੇ ਕਥਾ ਕੀਤੀ। ਜਿੰਨਾ ਚਿਰ ਕਥਾ ਹੋਈ ਮਹਾਂਪੁਰਸ਼ਾਂ ਨੇ ਸਤਿਗੁਰੂ ਸਾਹਿਬ ਜੀ ਦੇ ਸਰੂਪ 'ਤੇ ਚੌਰ ਸਾਹਿਬ ਕੀਤਾ। ਹੁਣ ਮਨ ਭਰ ਆਉਂਦਾ ਇਹਨਾਂ ਚੀਜ਼ਾਂ ਨੂੰ ਵੇਖ ਕੇ। ਜਦੋਂ ਕਥਾ ਹੋ ਗਈ, ਅਰਦਾਸ ਹੋ ਗਈ, ਜਲ ਪਾਣੀ ਵਰਤ ਗਿਆ, ਫਿਰ ਆਵਾਜ਼ ਮਾਰੀ ਆਸਨ 'ਤੇ ਕਿ ਸਿੰਘ ਦੇ ਰਾਹੀਂ ਸੱਦ ਕੇ ਲਿਆ। ਜਦੋਂ ਗਏ ਫਤਿਹ ਬੁਲਾਈ ਤੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਇੰਨਾ ਬਚਨ ਨਿਕਲਿਆ, ਕਹਿਣ ਲੱਗੇ ਭੁਪਿੰਦਰ ਸਿੰਘ ਤੈਨੂੰ ਪਤਾ ਮੈਂ ਕਿਉਂ ਬੁਲਾਇਆ ਸੀ ਇੱਥੇ? ਮੈਂ ਕਿਹਾ ਜੀ ਨਹੀਂ। ਕਿਰਪਾ ਕਰੋ, ਹੁਕਮ ਕਰੋ। ਸ਼ਾਇਦ ਮੇਰੇ ਕੋਲ ਅੱਖਰ ਨਾ ਕਹੇ ਜਾਣ। ਬਾਬਾ ਜੀ ਨੇ ਬੜੇ ਭਾਵੁਕ ਹੋ ਕੇ ਬਚਨ ਕੀਤੇ, ਕਹਿਣ ਲੱਗੇ ਮੇਰੇ ਮਨ ਵਿੱਚ ਇੱਕ ਫੁਰਨਾ ਆਇਆ ਵੀ ਇਹ ਉਹ ਸਥਾਨ ਆ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗੁੰਗੇ 'ਤੇ ਸਿਰ 'ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾਏ ਸੀ। ਮੈਂ ਤੇਰੀ ਹਾਜ਼ਰੀ ਭਰਾਉਣਾ ਚਾਹੁੰਦਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ। ਮੈਂ ਤੇਰੀ ਹਾਜ਼ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਭਰਾਉਣਾ ਚਾਹੁੰਦਾ ਸੀ। ਮਤਲਬ ਮੇਰਾ ਕਹਿਣ ਤੋਂ ਵੀ ਇਹ ਮੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ ਇਹੋ ਜਿਹਾ। ਜਿੰਨੇ ਕੁ ਸਿੰਘ ਉਸ ਵੇਲੇ ਦੇ ਜਥੇ ਦੇ ਨਾ, ਸਾਰਿਆਂ ਨਾਲ ਹੀ ਇਸ ਤਰ੍ਹਾਂ ਪਿਆਰ ਕੀਤਾ ਬਾਬੇ ਨੇ, ਸਾਰਿਆਂ ਨਾਲ ਹੀ ਇਸ ਤਰ੍ਹਾਂ ਪਿਆਰ ਕੀਤਾ। ਮੈਂ ਹੁਣੇ ਗੁਰਮੁਖਾਂ ਨਾਲ ਪਹਿਲਾਂ ਵਿਚਾਰ ਕਰ ਰਿਹਾ ਸੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੋਈ ਆਪਣੀ ਬਣਾਈ ਹੋਈ ਗੱਲ ਨਹੀਂ ਜੀ, ਇਹ ਅਸਲੀਅਤ ਹੈ, ਮਨ ਦਾ ਮੰਨਣ ਆ ਮੇਰਾ ਵੀ ਜੇ ਬਾਬਾ ਜੀ ਦੀ ਬੁੱਕਲ ਨਾ ਮਿਲਦੀ ਤੇ ਆਹ ਸਰੀਰ ਨਹੀਂ ਸੀ ਹੋਣਾ। ਹੁਣ ਜਿਹੋ ਜਿਹੇ ਹਾਲਾਤ ਸਾਡੇ ਇਲਾਕੇ ਦੇ ਸਨ ਨਾ 1988 ਤੋਂ ਲੈ ਕੇ 92-93 ਤੱਕ, ਅਸੀਂ ਨਹੀਂ ਸੀ ਹੋਣਾ। ਹੁਣ ਇਹ ਬਾਬਾ ਜੀ ਦੀ ਬੁੱਕਲ ਦਾ ਨਿੱਘ ਹੈ ਕਿ ਜਿਨ੍ਹਾਂ ਨੇ ਸਾਨੂੰ ਜੀਵਨ ਦਾਨ ਦਿੱਤਾ ਆ। ਇਸ ਕਰਕੇ ਉਹ ਮਹਾਨ ਸ਼ਖਸੀਅਤ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਕੌਮ ਦਾ ਹੀ ਸਾਰੀ ਜ਼ਿੰਦਗੀ ਕੀਤਾ। ਜਿਸ ਤਰ੍ਹਾਂ ਬੇਨਤੀ ਕੀਤੀ ਹੈ ਨਾ ਵੀ 1915 'ਚ ਉਹਨਾਂ ਦਾ ਜਨਮ ਹੋਇਆ, 1945 ਵਿੱਚ ਉਹ ਜਥੇ ਦੀ ਸ਼ਰਨ ਵਿੱਚ ਆਏ ਤੇ 2004 ਦੇ ਦਸੰਬਰ ਵਿੱਚ ਉਹਨਾਂ ਨੇ ਸਰੀਰ ਛੱਡਿਆ ਜੀ। ਇੱਕ ਘੱਟ 60 ਸਾਲ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਜਥੇ 'ਚ ਲੰਘਦਾ। 1 ਸਾਲ ਘੱਟ 60 ਸਾਲ ਤੇ 60 ਸਾਲ ਜਿਨ੍ਹਾਂ ਨੇ ਜਥੇਬੰਦੀ ਦੇ ਰਾਹੀਂ ਪੰਥ ਦੀਆਂ ਸੇਵਾਵਾਂ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ ਹੋਵੇ ਤੇ ਮੇਰੇ ਵਰਗਾ ਜਣਾ ਖਣਾ ਉੱਠ ਕੇ ਕਵੇ, ਜਿਹਨੇ ਆਪ ਕਿਤੇ ਪੰਥ ਦਾ ਡੱਕਾ ਨਹੀਂ ਦੋਹਰਾ ਕੀਤਾ, ਉਹ ਉੱਠ ਕੇ ਕਵੇ ਕਿ ਉਹਨੇ ਪੰਥ ਦਾ ਕੀ ਕੀਤਾ। ਇਹ ਨਹੀਂ ਸਹਿਆ ਜਾਂਦਾ, ਇਹ ਨਹੀਂ ਸਹਾਰਿਆ ਜਾਂਦਾ। ਇਸ ਕਰਕੇ ਉਹਨਾਂ ਮਹਾਨ ਬੰਦਗੀ ਦਾ ਰੂਪ, ਭਗਤੀ ਦਾ ਰੂਪ, ਸੇਵਾ ਦਾ ਸਰੂਪ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਇਸ ਬਰਸੀ ਦੇ ਦਿਹਾੜੇ 'ਤੇ ਆਪ ਜੀਆਂ ਦੇ ਸਾਹਮਣੇ ਇੱਕ ਕੁਝ ਅੱਖਰ ਬੋਲਣ ਦਾ ਯਤਨ ਕੀਤਾ। ਉਹਨਾਂ ਦੀ
ਜੋ ਸ਼ਖਸੀਅਤ ਸੀ ਉਹਦੇ ਪ੍ਰਥਾਏ। ਹਾਂ, ਜਥੇਬੰਦੀ ਦਾ ਅਸੂਲ ਉਸ ਤਰ੍ਹਾਂ ਰਿਹਾ ਵੀ ਜਥੇਬੰਦੀ ਵਿੱਚ ਜਦੋਂ ਵੀ ਕਿਤੇ ਸਤਿਪੁਰਸ਼ ਵੱਡੇ ਮਹਾਂਪੁਰਸ਼ਾਂ ਦੀ ਕੋਈ ਬਰਸੀ ਹੁੰਦੀ, ਉਦੋਂ ਕਿਤੇ ਇੱਕ ਦਿਨ ਹੀ ਇਹੋ ਜਿਹਾ ਉਹਨਾਂ ਦੇ ਜੀਵਨ ਬਾਰੇ ਬੋਲਿਆ ਜਾਂਦਾ ਸੀ। ਨਹੀਂ ਤਾਂ ਜਥੇਬੰਦੀ ਦਾ ਅਸੂਲ ਇਹ ਰਿਹਾ ਵੀ ਜ਼ਿਆਦਾਤਰ ਜਦੋਂ ਵੀ ਆਪਾਂ ਕਥਾ ਵਾਰਤਾ ਕਰਦੇ ਹਾਂ, ਕੁਝ ਇਤਿਹਾਸ ਪੜ੍ਹਦੇ ਹਾਂ, ਗੁਰਬਾਣੀ ਦੀ ਕਥਾ ਕਰਦੇ ਹਾਂ, ਨਹੀਂ, ਗੁਰਬਾਣੀ ਅਤੇ ਗੁਰੂ ਸਾਹਿਬਾਂ ਅਤੇ ਕੇਵਲ ਨਾਮ ਦੀ ਬੰਦਗੀ ਦੀ ਗੱਲ ਕੀਤੀ ਜਾਏ, ਕਿਸੇ ਸਰੀਰ ਦਾ, ਕਿਸੇ ਸਰੀਰ ਦੇ ਜੀਵਨ ਦਾ ਬਹੁਤਾ ਜ਼ਿਕਰ ਨਾ ਕੀਤਾ ਜਾਏ। ਇਹ ਜਥੇਬੰਦੀ ਦਾ ਅਸੂਲ ਰਿਹਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਬਹਿ ਕੇ ਜੋ ਬਚਨ ਆਪ ਜੀ ਨੇ ਸਾਂਢੇ ਕੀਤੇ ਨੇ, ਹੋ ਸਕਦਾ ਬੇਅੰਤ ਉਸ ਅਸੂਲ ਅਨੁਸਾਰ ਮੇਰੀਆਂ ਗਲਤੀਆਂ ਹੋਣਗੀਆਂ ਅਤੇ ਬਾਕੀ ਵਾਧਾ ਘਾਟਾ ਬੋਲਿਆ ਜਾਣਾ। ਗੁਰਮਤਿ ਦੇ ਅਧਿਐਨ ਅਨੁਸਾਰ ਮੇਰੇ ਬਹੁਤ ਅੱਖਰ ਊਣੇ ਨੇ। ਆਪ ਜੀ ਨੇ ਆਪਣੇ ਆਪ ਦੇ ਸੁਚੱਜੇ ਜੀਵਨ ਵਿੱਚ ਇਹਨਾਂ ਨੂੰ ਅਪਣਾ ਕੇ ਜੋ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਅੱਖਰ ਨੇ, ਉਹਨਾਂ ਨੂੰ ਸਫਲ ਕਰਨ ਦਾ ਯਤਨ ਕਰਨਾ। ਇਹਦੇ ਨਾਲ ਤੁਹਾਡਾ ਵੀ ਭਲਾ ਹੋਏਗਾ, ਅਤੇ ਜੇ ਮੇਰੇ ਬੋਲੇ ਹੋਏ ਕੋਈ ਅੱਖਰ ਤੁਹਾਡੇ ਜ਼ਿੰਦਗੀ 'ਤੇ ਅਸਰ ਕਰ ਗਏ ਤਾਂ ਸ਼ਾਇਦ ਇਹਦੇ ਨਾਲ ਮੇਰਾ ਵੀ ਕੁਝ ਭਲਾ ਹੋਣਾ ਹੈ, ਮੇਰਾ ਵੀ ਭਲਾ ਹੋ ਜਾਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਸ ਬਚਨ ਵਿੱਚ, ਜਿਵੇਂ ਕਿ ਆਪਾਂ ਬਚਨ ਆਰੰਭ ਇੱਥੋਂ ਕੀਤੇ ਸੀ ਵੀ ਨਾਮ ਦੀ ਬੰਦਗੀ, ਸ਼ਬਦ ਦੀ ਅਭਿਆਸ ਦੀ ਕਮਾਈ ਕਰਨੀ ਹੈ। ਸ਼ਬਦ ਅਭਿਆਸ ਕਮਾਈ ਕਰਨ ਵਾਸਤੇ ਸਾਨੂੰ ਇਹ ਮਨੁੱਖ ਦੇਹੀ ਮਿਲੀ ਹੈ, ਅਤੇ ਮਨੁੱਖ ਦੇਹੀ ਮਿਲ ਕੇ ਸਾਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਹੈ। ਸਿੱਖਾਂ ਦੇ ਘਰ ਵਿੱਚ ਮਿਲ ਕੇ ਸਾਨੂੰ ਸਾਧ ਸੰਗਤ ਮਿਲੀ ਹੈ। ਸਾਧ ਸੰਗਤ ਜੀ, ਇਹ ਸਾਧ ਸੰਗਤ ਵਿੱਚ ਜਿੰਨਾ ਲਾਹਾ ਖਟਿਆ ਜਾਏ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉੱਥੇ ਮੇਰੇ ਵਰਗਿਆਂ ਵੱਲ ਨਾ ਵੇਖਿਆ ਕਰੋ, ਕਿਉਂਕਿ ਸਾਡਾ ਇਹਦੇ ਵਿੱਚ ਕੋਈ ਅਦਕਥਨੀ ਨਹੀਂ ਕਹਿਣ ਦੀ। ਕਿਉਂਕਿ ਗਿਆਨੀ ਜਸਵੰਤ ਸਿੰਘ ਸਾਹਿਬ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਥਾ ਵਿੱਚ ਵੀ, ਕਹਿੰਦੇ ਇਹ ਤਾਂ ਪਹਿਲੋਂ ਹੀ ਕਥਾ ਸੁਣ ਕੇ ਜਾਂ ਇਹ ਸਾਰੀ ਸੰਗਤ ਕਰ ਕਰਕੇ ਆਫਰੇ ਹੋਏ ਨੇ। ਵਾਕਿਆ ਸਾਡੇ ਸੀਨੀਅਰ ਨੇ, ਸਾਡਾ ਸੁਭਾਅ ਬਣ ਚੁੱਕਾ ਹੁੰਦਾ ਇਹੋ ਜਿਹਾ। ਇਸ ਤਰ੍ਹਾਂ ਨਾ ਕਰਿਆ ਕਰੀਏ ਵੀ ਜਦੋਂ ਕੋਈ ਰਾਗੀ ਸਿੰਘ ਆਉਂਦਾ ਨਾ ਜੀ, ਜਾਂ ਕੋਈ ਗਿਆਨੀ ਸਿੰਘ ਆਉਂਦਾ, ਰਾਗੀ ਸਿੰਘ ਜੀ ਨੇ ਕੀਰਤਨ ਕਰਕੇ, ਕਈ ਵਾਰੀ ਹੁੰਦੇ ਉਹਨਾਂ ਦੇ ਰੁਝਾਵੇਂ ਇਹੋ ਜਿਹੇ ਹੁੰਦੇ ਵੀ ਉਹਨਾਂ ਨੇ ਅੱਗੇ ਜਾ ਕੇ ਹੋਰ ਵੀ ਕਰਨੇ ਹੁੰਦੇ ਆ, ਅਤੇ ਸਾਡੇ ਵਰਗਾ ਜਿਹੜਾ ਆਮ ਭੋਲਾ ਮਨ ਆ, ਉਹ ਕਹਿੰਦਾ ਲੈ ਇਹ ਆਪ ਤੇ ਬੈਠੇ ਨਹੀਂ ਸੰਗਤ ਵਿੱਚ, ਆਪ ਤੇ ਇਹਨਾਂ ਨੇ ਸੁਣਿਆ ਨਹੀਂ ਕਿਸੇ ਨੇ, ਅਤੇ ਸਾਨੂੰ ਸੁਣਨ ਵਾਸਤੇ ਕਹਿੰਦੇ ਆ। ਇਸ ਤਰ੍ਹਾਂ ਨਾ ਕਰਿਆ ਕਰੀਏ, ਕਿਉਂਕਿ ਮੈਂ ਤਾਂ ਇਸ ਤਰ੍ਹਾਂ ਬੇਨਤੀ ਕਰਦਾ ਨਾ ਵੀ ਮੇਰੇ ਵਰਗਾ ਜੇ ਕੋਈ ਅੱਖਰ ਮੇਰੇ ਸਤਿਗੁਰੂ ਨੇ ਮੇਰੇ ਕੋਲੋਂ ਬੁਲਾਏ ਨੇ ਨਾ, ਅਤੇ ਮੈਨੂੰ ਇੰਨਾ ਇਸ ਤਰ੍ਹਾਂ ਸਮਝ ਲਿਓ ਵੀ ਜਿਵੇਂ ਕਿਤੇ ਉੱਥੇ ਪੰਜਾਬ ਦੇ ਵਿੱਚ ਚੱਲਦੀਆਂ ਨੇ ਨਾ ਜੀ, ਬੱਸਾਂ ਚੱਲਦੀਆਂ ਹੁੰਦੀਆਂ ਜਿਹੜੀਆਂ ਆਮ ਸਵਾਰੀਆਂ ਵਾਲੀਆਂ ਪੈਸੰਜਰ ਬੱਸਾਂ ਜਿਹਨੂੰ ਕਹਿੰਦੇ ਆ, ਅਤੇ ਬੱਸ ਅੱਡਿਆਂ 'ਤੇ ਖਲੋਤੇ ਨਾ 2 ਰੁਪਈਆ ਮੁੱਲ ਲੈ ਕੇ ਉਹ ਇੱਕ ਬੰਦੇ ਉਹ ਕਿਰਾਏ ਦੇ ਖਰੀਦੇ ਹੁੰਦੇ ਨੇ ਜੀ, ਉਹ ਕਿਰਾਏ ਦੇ ਖਰੀਦੇ ਹੁੰਦੇ ਨੇ, ਉਹਨਾਂ ਕੰਡਕਟਰਾਂ ਨੇ ਖਰੀਦੇ ਹੁੰਦੇ, ਕਿਉਂ ਕੰਡਕਟਰ ਆਪ ਰੌਲਾ ਨਹੀਂ ਪਾਉਣਾ ਚਾਹੁੰਦਾ, ਅਤੇ ਉਹਨਾਂ ਨੇ ਮੇਰੇ ਵਰਗੇ ਲੈ ਕੇ ਨਾ 2 ਰੁਪਈਏ 5 ਰੁਪਈਏ ਉਹਨੇ ਦੇਣੇ ਹੁੰਦੇ ਆ, ਅਤੇ ਉਹਨੇ 5-7 ਮਿੰਟ ਉਸ ਬੱਸ ਦਾ ਰੂਟ ਦੱਸਣਾ ਹੁੰਦਾ ਦੁਨੀਆ ਨੂੰ ਉੱਚੀ ਉੱਚੀ ਬੋਲ ਕੇ ਵੀ ਭਾਈ ਆਹ ਬੱਸ ਇਸ ਬੰਨੇ ਨੂੰ ਜਾ ਰਹੀ ਹੈ, ਜਿਨ੍ਹਾਂ ਨੇ ਇੱਧਰਲੇ ਬੰਨੇ ਨੂੰ ਜਾਣਾ ਇਸ ਬੱਸ 'ਤੇ ਚੜ੍ਹ ਜਾਓ। ਉਹਨੇ ਉਹ 5 ਰੁਪਈਏ ਲੈ ਕੇ ਜਦੋਂ ਬੱਸ ਤੁਰ ਗਈ ਉਹਨੇ ਉੱਤਰ ਜਾਣਾ ਉੱਥੇ ਹੀ, ਉਹਨੇ ਉਸੇ ਵੇਲੇ ਮੁੜ ਕੇ ਦੂਸਰੇ ਕੰਡਕਟਰ ਕੋਲ 5 ਰੁਪਈਏ ਲੈ ਕੇ ਦੂਸਰੀ ਬੱਸ 'ਤੇ ਚੜ੍ਹ ਜਾਣਾ, ਉਹਨੇ ਦੂਸਰੇ ਰੂਟ ਦਾ ਬੋਲਣ ਲੱਗ ਪੈਣਾ ਵੀ ਇੱਧਰ ਨੂੰ ਆਹ ਬੱਸ ਚੱਲੀ ਵੀ ਚੜ੍ਹ ਦਿਓ ਜਿਹਨੇ ਚੜ੍ਹਨਾ। ਅਤੇ ਸੱਚ ਜਾਣੇ ਉੱਥੇ ਸ਼ੰਕਾ ਨਾ ਕਰੀਏ ਵੀ ਉਹ ਆਪ 'ਤੇ ਚੜ੍ਹਿਆ ਨਹੀਂ, ਕਿਉਂ ਉਹਨੇ ਨਹੀਂ ਚੜ੍ਹਨਾ, ਉਹ 5 ਰੁਪਈਆਂ ਦਾ ਗਾਹਕ ਹੈ। ਮੇਰੇ ਵਰਗੇ ਇੰਨੇ ਕੁ ਦੇ ਗਾਹਕ ਨੇ। ਤੁਸੀਂ ਜ਼ਰੂਰ ਯਤਨ ਕਰਿਓ ਵੀ ਜੋ ਗੁਰੂ ਸੱਚੇ ਪਾਤਸ਼ਾਹ ਦਾ ਗੁਰਮਤਿ ਗਾਡੀ ਰਾਹ ਚਲਾਉਂਦਾ ਹੈ ਨਾ, ਇਸ ਗੁਰਮਤਿ ਦੀ ਗੱਡੀ 'ਤੇ ਚੜ੍ਹਨ ਦਾ ਯਤਨ ਕਰਿਓ, ਤਾਂ ਕਰਕੇ ਸਾਡਾ ਭਲਾ ਹੋਣਾ, ਤਾਂ ਕਰਕੇ ਸਾਡਾ ਭਲਾ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਹਨਾਂ ਬਚਨਾਂ ਦੀ ਵਿਚਾਰ ਕਰਦੇ ਆ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਨੇ। ਭੁੱਲ ਗਲਤ ਮੇਰੀ ਸਮਝ ਲੈਣੀ, ਗੁਰੂ ਦੇ ਬਚਨ ਗੁਰੂ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।